ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ 2022 ਦਾ ਬਜਟ ਪੇਸ਼ ਕੀਤਾ ਗਿਆ ਤੇ ਪੋਲੀਟੀਕਲ ਡਿਬੇਟ ਕਰਨ ਦੀ ਜਗ੍ਹਾ ਅੱਜ ਆਪਾਂ ਦੋ ਸੀਰੀਅਸ ਇਕਨੋਮਿਸਟ ਦੇ ਨਾਲ ਡਿਬੇਟ ਕਰਾਂਗੇ ਕਿ ਇਸ ਬਜਟ ਦੇ ਕੀ ਪ੍ਰੋਜ਼ ਨੇ, ਕੀ ਕੌਨਸ ਨੇ, ਵੈਦਰ ਯੂ ਲਾਈਕ ਇਟ, ਵੈਦਰ ਯੂ ਹੇਟ ਇਟ। ਠੀਕ ਹੈ ਨਾ। ਆਮ ਜਨਤਾ ਲਈ ਇਹਦੇ ਲਈ ਕੀ ਆ, ਲੌਂਗ ਟਰਮ ਦੇ ਵਿੱਚ ਸਾਡੇ ਫਿਊਚਰ ਲਈ, ਸਾਡੇ ਬੱਚਿਆਂ ਦੇ ਫਿਊਚਰ ਲਈ, ਐਗਰੀਕਲਚਰ ਇਕੋਨਮੀ ਲਈ, ਦੇਸ਼ ਲਈ ਕੀ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਡਿਸਕਸ ਕਰਾਂਗੇ। ਇਸ ਡਿਬੇਟ ਲਈ ਅਸੀਂ ਬੁਲਾਇਆ, ਇਨਵਾਈਟ ਕੀਤਾ ਸਪੈਸ਼ਲੀ ਦੋ ਸੀਨੀਅਰ ਇਕੋਨਮਿਸਟ ਨੂੰ, ਡਾਕਟਰ ਆਰ.ਐਸ. ਘੁੰਮਣ ਤੇ ਮਿਸਟਰ ਆਕਾਸ਼ ਜੰਦਲ। ਇਹਨਾਂ ਦੇ ਵਿਊ ਬੇਸਿਕਲੀ ਚਾਨਣਾ ਪਾਉਣਗੇ ਕਿ ਇਸ ਬਜਟ ਦਾ ਤੁਹਾਡੇ ਉੱਤੇ ਕੀ ਇੰਪੈਕਟ ਹੈ। ਸੋ ਲੈਟਸ ਸਟਾਰਟ ਵਿਦ ਦੀ ਫਰਸਟ ਕੁਐਸਚਨ। ਸਰ, ਤੁਹਾਡਾ ਕੀ ਵਿਊ ਹੈ ਇਸ ਬਜਟ ਦੇ ਬਾਰੇ? So inflation would be reduced. So we have two priorities as of now. One is to give employment to people. Secondly, to reduce inflation. Now, thirdly, what happens is this would make India a huge manufacturing economy. I'll take you, my friend, back in early 80s. Now, how China became the second biggest economy? Because they invested a lot on their infrastructure. They kept on investing on their infrastructure. So if we invest 20,000 crores on infrastructure, which is what we are contemplating as of now, so what it would mean is that we can become a huge manufacturing economy, and manufacturing means jobs for a lot of people. So this is a long-term budget. Now, talking purely in Punjabi, ਲੋਕਾਂ ਨੂੰ ਉਮੀਦ ਇਹ ਸੀਗੀ ਕਿ ਇਹਦੇ ਵਿੱਚ ਜਿਹੜਾ ਹੈ ਕੁਝ ਜਿਹੜਾ ਹੈ ਮਿੱਠੇ ਲੱਡੂ ਪੇੜੇ ਹੋਣਗੇ। ਲੱਡੂ ਪੇੜੇ ਨਹੀਂ ਮਿਲੇ ਤਾਂ ਉਹ ਲੋਕਾਂ ਨੂੰ ਕੁਝ ਨਿਰਾਸ਼ਾ ਹੈ ਕਿ ਸਾਨੂੰ ਲੱਡੂ ਪੇੜੇ ਨਹੀਂ ਮਿਲੇ। ਬਟ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਪੂਰੇ ਪ੍ਰੇਮ ਪਿਆਰ ਦੇ ਨਾਲ ਕਿ ਮੇਰੇ ਮਿੱਤਰੋ, ਤੁਹਾਨੂੰ ਲੱਡੂ ਪੇੜੇ ਨਹੀਂ ਮਿਲੇ, ਤੁਹਾਨੂੰ ਤਾਂ ਮਿਠਾਈ ਦਾ ਪੂਰਾ ਡੱਬਾ ਦਿੱਤਾ ਗਿਆ ਹੈ। ਬਟ ਉਹ ਡੱਬਾ ਪੂਰੀ ਤਰ੍ਹਾਂ ਹਲੇ ਦਿਖ ਨਹੀਂ ਰਿਹਾ, ਉਹ ਵਿਜ਼ੀਬਲ ਨਹੀਂ ਹੈ ਡੱਬਾ, ਕਿਉਂਕਿ ਇੱਕ ਵਿਜ਼ਨਰੀ ਬਜਟ ਹੈ। ਇਹਦਾ ਇੰਪੈਕਟ ਜਿਹੜਾ ਹੈ ਹੌਲੀ ਹੌਲੀ ਆਊਗਾ। ਹੁਣ ਅਸੀਂ ਵੀ ਆਰ ਨਾਟ ਅ ਸਮਾਲ ਇਕੋਨਮੀ, we are the fifth largest economy in the world. After America, China, Japan and Germany, we are the fifth largest economy. ਜਿਹੜੇ ਅੰਗਰੇਜ਼ ਸਾਡੇ ਤੇ ਰੂਲ ਕਰਦੇ ਸਨ ਉਹ ਵੀ ਸਾਡੇ ਤੋਂ ਪਿੱਛੇ ਨੇ, ਉਹਨਾਂ ਦਾ ਸਾਈਜ਼ ਸਾਡੇ ਤੋਂ ਛੋਟਾ ਹੈ। ਤਾਂ ਇਟਸ ਅ ਵਿਜ਼ਨਰੀ ਬਜਟ, ਇਟਸ ਅ ਲੌਂਗ ਟਰਮਿਸ਼ ਬਜਟ। ਬੇਸਿਕਲੀ ਸਰ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਉਹਨਾਂ ਨੇ ਰੈਦਰ ਦੈਨ ਗਿਵਿੰਗ ਅ ਫਿਸ਼ ਤੁਹਾਨੂੰ ਫਿਸ਼ਿੰਗ ਸਿਖਾਉਣ ਦੇ ਚੱਕਰਾਂ 'ਚ ਹੈਗੀ ਹੈ ਗਵਰਨਮੈਂਟ। ਦੇ ਆਰ ਕ੍ਰੀਏਟਿੰਗ ਅ ਹਾਈਵੇ ਫॉर ਫਿਊਚਰ ਪ੍ਰੋਗਰੈਸ। ਸੋ ਬੇਸਿਕਲੀ ਗਵਰਨਮੈਂਟ ਨੇ ਐਤਕੀ ਕੈਪੈਕਸ ਐਕਸਪੈਂਡੀਚਰ ਆਪਣਾ ਵਧਾਇਆ ਹੈ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਲੋਕੀ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਹੋਵੇ, ਕੈਪੀਟਲ ਐਕਸਪੈਂਡੀਚਰ ਜਾਵੇ, ਡੋਮੈਸਟਿਕ ਇੰਡਸਟਰੀ ਨੂੰ ਗਰੋਥ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੋ ਹੀ ਸਾਡੇ ਐਕਸਪਰਟਸ ਵੀ ਕਹਿ ਰਹੇ ਸੀ। ਉਹ ਕਹਿ ਰਹੇ ਕਿ ਇੱਕ ਲੱਡੂ ਪੇੜਾ ਇੱਕ ਨਹੀਂ ਦਿੱਤਾ, ਤੁਹਾਨੂੰ ਪੂਰਾ ਡੱਬਾ ਦਿੱਤਾ। ਬਟ ਸਟਿਲ ਓਪੋਜੀਸ਼ਨ ਇਜ਼ ਨਾਟ ਹੈਪੀ। ਇੱਕ ਆਪਾਂ ਕਹਿ ਸਕਦੇ ਹਾਂ ਓਪੋਜੀਸ਼ਨ ਦਾ ਕੰਮ ਸਿਰਫ ਓਪੋਜ਼ ਕਰਨਾ ਹੀ ਹੈ, ਬਟ ਸਟਿਲ ਉਹਨਾਂ ਦੀ ਗੱਲ 'ਚ ਵੀ ਕੋਈ ਮੈਰਿਟ ਹੋ ਸਕਦਾ ਹੈ। ਸਰ, ਕੋਈ ਵਿਊ ਉਸ ਬਾਰੇ ਕਿ ਬਈ ਆਮ ਆਦਮੀ ਦੇ ਇਨਕਮ ਟੈਕਸ ਸਲੈਬ 'ਚ ਉਹਦੇ ਹੱਥ ਵਿੱਚ ਓਨਾ ਹੀ ਪੈਸਾ ਹੈ, ਉਹਦੇ ਬਾਰੇ ਕੁਝ ਵਿਊ? ਦੇਖੋ, ਮੇਰਾ ਵਿਊ ਇਹ ਹੈ ਕਿ ਆਮ ਆਦਮੀ ਨੂੰ ਇਨਕਮ ਟੈਕਸ ਦਾ ਡਾਇਰੈਕਟ ਰਿਲੀਫ ਨਹੀਂ ਮਿਲਿਆ, ਰਾਈਟ, ਬਟ ਇਨਡਾਇਰੈਕਟ ਰਿਲੀਫ ਕਾਫੀ ਮਿਲ ਗਏ। ਦੇਖੋ, ਅੱਜ ਜਿਹੜਾ ਹੈ ਸਾਡੇ ਕਾਫੀ ਬੱਚੇ ਜਿਨ੍ਹਾਂ ਨੇ MBA ਕੀਤੀ ਹੈ, ਇੰਜੀਨੀਅਰਿੰਗ ਕੀਤੀ ਹੈ, ਉਹ ਬੇਰੋਜ਼ਗਾਰ ਘੁੰਮ ਰਹੇ ਨੇ। ਹੁਣ ਜੇ ਬੱਚਾ ਜਿਹੜਾ ਬੇਰੋਜ਼ਗਾਰ ਘੁੰਮ ਰਿਹਾ ਸੀਗਾ, ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਣ ਕਰਕੇ ਜੇ ਬੱਚੇ ਨੂੰ 70,000 ਰੁਪਏ ਮਹੀਨਾ ਸੈਲਰੀ ਮਿਲ ਜਾਂਦੀ ਹੈ, ਤਾਂ ਜੇ ਇਨਕਮ ਟੈਕਸ ਦੇ ਵਿੱਚ ਛੋਟ ਨਹੀਂ ਮਿਲੀ ਤਾਂ ਘਰੇ ਪੈਸੇ ਤਾਂ ਆਏ ਨਾ। ਇਸ ਤਰੀਕੇ ਨਾਲ ਨਹੀਂ ਆਏ ਤਾਂ ਉਸ ਤਰੀਕੇ ਨਾਲ ਆ ਗਏ। ਸਾਡਾ ਅਸਲੀ ਟਾਰਗੇਟ ਕੀ ਹੈ? ਹਰ ਘਰ ਦੇ ਵਿੱਚ ਖੁਸ਼ਹਾਲੀ ਲਿਆਉਣਾ। ਬਿਲਕੁਲ। ਦੇਖੋ, ਜਦੋਂ ਇਨਫਰਾਸਟ੍ਰਕਚਰ ਬਿਲਡ ਕਰਾਂਗੇ, ਅੱਜ ਤੁਸੀਂ ਦੇਖੋ ਦਿੱਲੀ ਦੇ ਵਿੱਚ ਮੈਟਰੋ ਬਣੀ, ਫਲਾਈਓਵਰਸ ਬਣੇ, ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ, ਬਿਲਕੁਲ, ਕਿੰਨੇ ਲੋਕਾਂ ਵਾਸਤੇ ਲਾਈਫ ਈਜ਼ੀ ਹੋ ਗਈ। ਤਾਂ ਸਾਡੀ ਮੈਨੂਫੈਕਚਰਿੰਗ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹਦੇ ਨਾਲ ਸਪੋਰਟ ਮਿਲੇਗੀ। ਹੁਣੀ 26 ਜਨਵਰੀ ਤੇ 5 ਜਿਹੜਾ ਹੈ ਸੈਂਟਰਲ ਏਸ਼ੀਅਨ ਕੰਟਰੀਜ਼ ਦੇ ਜਿਹੜੇ ਹੈਡਸ ਆਫ ਸਟੇਟ ਹੈ ਉਹ ਇੰਡੀਆ ਦੇ ਗੈਸਟ ਸੀਗੇ। ਤਾਂ ਮੋਦੀ ਸਾਹਿਬ ਨੇ ਉਹਨਾਂ ਨਾਲ ਬੜੀ ਵਧੀਆ ਕਾਨਫਰੰਸ ਕੀਤੀ, ਜਿਹਦੇ ਨਾਲ ਸਾਡੀ ਐਕਸਪੋਰਟ ਦੀਆਂ ਪੋਸਿਬਿਲਿਟੀਜ਼ ਬਹੁਤ ਖੁੱਲ ਰਹੀਆਂ। ਹਾਲਤ ਇਹ ਹੋ ਗਿਆ ਕਿ ਚਾਈਨਾ ਨੂੰ ਘਬਰਾਹਟ ਹੋ ਗਈ, ਉਹਨੇ ਫਟਾਫਟ ਉਹਨਾਂ ਨਾਲ ਆ ਕੇ ਕਾਨਫਰੰਸ ਜੁਆਇਨ ਕੀਤੀ ਕਿ ਮੈਂ ਵੀ ਇੱਕ ਕਾਨਫਰੰਸ ਕਰ ਲਾਂ, ਕਿਤੇ ਹਿੰਦੁਸਤਾਨ ਬਾਜੀ ਨਾ ਮਾਰ ਜੇ। ਅੱਜ ਇੰਟਰਨੈਟ ਇਕੋਨਮੀ ਸਾਡੀ ਬਹੁਤ ਐਡਵਾਂਸਡ ਹੋ ਗਈ ਹੈ, ਬਹੁਤ ਅੱਗੇ ਚੱਲ ਰਹੀ ਹੈ, ਇੰਨੀ ਗਰੋਥ ਹੋ ਰਹੀ ਹੈ ਕਿ ਸਾਡੀ ਤਾਰੀਫ ਉਸ ਬੰਦੇ ਨੇ ਕੀਤੀ ਹੈ ਜਿੱਤੋਂ ਕਦੇ ਐਕਸਪੈਕਟਡ ਨਹੀਂ ਸੀ। ਇਮਰਾਨ ਖਾਨ ਨੇ ਅੱਜ ਤੋਂ ਕਰੀਬ 20-25 ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਇੱਕ ਸੈਮੀਨਾਰ ਦੇ ਵਿੱਚ ਜਾ ਕੇ ਕਿਹਾ ਕਿ ਟੈਕਨੋਲੋਜੀ ਤੇ IT ਦੇ ਵਿੱਚ ਉਹ ਗਰੋ ਕਰਨਾ ਚਾਹੁੰਦੇ ਨੇ, ਤੇ ਇੰਡੀਆ ਦੀ ਐਗਜ਼ਾਮਪਲ ਕੋਟ ਕੀਤੀ ਹੈ। ਕਦੇ ਸੋਚ ਸਕਦੇ ਸੀਗੇ ਕਿ ਸਾਡੇ ਜਿਹੜਾ ਹੈ ਸਾਡੀ ਪੜੋਸੀ ਕੰਟਰੀ ਪਾਕਿਸਤਾਨ ਰਿਲੇਸ਼ਨ ਉਹਦੇ ਨਾਲ ਕਿਵੇਂ ਨੇ? 5 ਸਾਲ ਦੇ ਬੱਚੇ ਨੂੰ ਵੀ ਪਤਾ ਹੈ। ਉਸ ਕੰਟਰੀ ਦਾ ਹੈਡ ਹਿੰਦੁਸਤਾਨ ਦੀ ਐਗਜ਼ਾਮਪਲ ਦੇ ਸਕਦਾ ਹੈ। ਤਾਂ ਅੱਜ ਹਿੰਦੁਸਤਾਨ ਜਿਹੜਾ ਹੈ ਤਰੱਕੀ ਕਰ ਰਿਹਾ, 5th ਲਾਰਜੈਸਟ ਇਕਨੋਮੀ ਅਸੀਂ ਹੈਗੇ ਆ। ਪਰ ਸਰ, ਓਪੋਜੀਸ਼ਨ ਕਹਿ ਰਹੀ ਹੈ ਕਿ ਬਈ ਇਟਸ ਬੇਸਿਕਲੀ, ਮੈਂ ਇਨਫੈਕਟ ਜੇ ਗੱਲ ਕਰਾਂ, ਇੱਕ ਐਗਜ਼ੈਕਟ ਕਾਂਗਰਸ ਲੀਡਰ ਕਹਿ ਰਹੇ ਸੀ ਕਿ ਫੋਕਾ ਬੰਬ ਹੈ, ਇਹ 'ਚ ਕੋਈ ਆਵਾਜ਼ ਨਹੀਂ ਹੈ, ਕੋਈ ਧਮਾਕਾ ਨਹੀਂ ਹੈ, ਇਕਨੋਮੀ ਨੂੰ ਕੋਈ ਇਹਦੇ ਵਿੱਚ ਵੱਡਾ ਸਟਾਰਟ ਨਹੀਂ ਹੈ। ਓਪੋਜੀਸ਼ਨ ਦੇ ਇਸ ਵਿਊ ਬਾਰੇ ਕੀ ਖਿਆਲ ਹੈ ਸਰ? ਦੇਖੋ, ਮੈਂ ਆਪੋਜੀਸ਼ਨ ਦੀ ਵੀ ਇੱਜ਼ਤ ਕਰਦਾ, ਕਾਂਗਰਸ ਦੀ ਮੈਂ ਬਹੁਤ ਇੱਜ਼ਤ ਕਰਦਾ,
ਬਟ ਆਪੋਜੀਸ਼ਨ ਤਾਂ ਆਪੋਜੀਸ਼ਨ ਹੈ, ਤਾਂ ਮੈਂ ਆਪੋਜੀਸ਼ਨ ਦੀ ਸਟੇਟਮੈਂਟ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ। ਮੈਂ ਇੱਕ ਨਿਊਟਰਲ ਆਦਮੀ ਹਾਂ, ਠੀਕ ਹੈ, ਤਾਂ ਨਿਊਟਰਲ ਆਦਮੀ ਮੇਰੇ ਵਾਸਤੇ ਉਹ ਚੀਜ਼ ਚੰਗੀ ਹੈ ਜਿਹੜੀ ਮੇਰੇ ਦੇਸ਼ ਨੂੰ ਗਰੋਥ ਦੇਵੇ, ਬਿਲਕੁਲ ਜਿਹੜੇ ਮੇਰੇ ਦੇਸ਼ ਨੂੰ ਵਿਜ਼ਨ ਦੇਵੇ, ਜਿਹੜੀ ਤਰੱਕੀ ਦੇਵੇ। ਤਾਂ ਮੈਂ ਐਨਾਲਿਸਿਸ ਦੇ ਬੇਸ ਤੇ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਬਜਟ ਦੇ ਵਿੱਚ ਬਹੁਤ ਗਰੋਥ ਲੱਗ ਰਹੀ ਹੈ। ਦੇਖੋ 5G ਲਿਆਂਦਾ ਜਾ ਰਿਹਾ ਹੈ। 5G ਦਾ ਮਤਲਬ ਹੈ ਕਿ ਟੈਕਨੋਲੋਜੀਕਲ ਐਡਵਾਂਸਮੈਂਟ ਸਰ ਹੋਗੀ। ਸੌਰੀ ਮੈਂ ਤੁਹਾਨੂੰ ਕੱਟਦਾ ਪਿਆ, 5G ਤੇ ਇੱਕ ਸਰ ਨੈਚੁਰਲ ਟੈਕਨੋਲੋਜੀ ਪ੍ਰੋਗਰੈਸ ਹੈਗੀ ਉਹ ਹੋਣੀ ਆ, ਪਰ ਮੈਂ ਜੇ ਐਗਰੀਕਲਚਰ ਦੀ ਗੱਲ ਕਰਾਂ, ਹੁਣੀ ਫਾਰਮਰ ਪ੍ਰੋਟੈਸਟ ਹੋਏ, ਐਗਰੀਕਲਚਰ ਬਜਟ ਦੇ ਵਿੱਚ ਸਿਰਫ 2.5% ਦੀ ਗਰੋਥ ਹੈ। 1.5 ਲੱਖ ਕਰੋੜ ਦਾ ਬਜਟ ਹੈ, ਪਿਛਲੇ ਸਾਲ 1,47,000 ਕਰੋੜ ਦਾ ਸੀ, ਸਿਰਫ 2.5% ਦੀ ਗਰੋਥ। ਉਹਦੇ ਬਾਰੇ ਕੀ ਵਿਊ ਹੈ ਸਰ? ਗਵਰਨਮੈਂਟ ਨੂੰ ਜ਼ਿਆਦਾ ਨਹੀਂ ਕਰਨਾ ਚਾਹੀਦਾ, ਸਪੈਸ਼ਲੀ ਇਸ ਟਾਈਮ ਤੇ? ਆਪਾਂ ਐਗਰੀਕਲਚਰ ਇਨਕਮ ਡਬਲ ਕਿਵੇਂ ਕਰਾਂਗੇ ਜੀ ਇਨਵੈਸਟਮੈਂਟ 2.5% ਕਰਦੇ ਪਏ? ਦੇਖੋ ਇਸ ਚੀਜ਼ ਤੇ ਮੈਂ ਤੁਹਾਡੇ ਨਾਲ ਆ। ਸਾਡੇ ਐਗਰੀਕਲਚਰਿਸਟ ਨੂੰ, ਸਾਡੇ ਅੰਨਦਾਤਾ ਨੂੰ ਜਿੰਨਾ ਕੁਝ ਮਿਲਣਾ ਚਾਹੀਦਾ ਸੀ ਉਹਨਾਂ ਨਹੀਂ ਮਿਲਿਆ। ਮੈਂ ਸਰਕਾਰ ਨੂੰ ਹਲੇ ਵੀ ਰਿਕੁਐਸਟ ਕਰਾਂਗਾ ਕਿ ਐਗਰੀਕਲਚਰਿਸਟ ਵਾਸਤੇ ਆਊਟਲੇ ਜਿਹੜਾ ਹੈ ਵਧਾਇਆ ਜਾਵੇ। ਦੇਖੋ ਸਾਡਾ ਅੰਨਦਾਤਾ 31 ਦਸੰਬਰ ਦੀ ਠੰਡ ਦੇ ਵਿੱਚ ਸਵੇਰੇ 4 ਵਜੇ ਜਾ ਕੇ ਕੰਮ ਕਰਦਾ ਹੈ। ਮਈ ਜੂਨ ਦੀ ਦੁਪਹਿਰ ਦੇ ਵਿੱਚ ਜਦੋਂ ਅਸੀਂ ਏਸੀ ਚਲਾ ਕੇ ਬੈਠੇ ਹੁੰਨੇ ਆ, ਉਹ ਖੇਤ 'ਚ ਜਾ ਕੇ ਕੰਮ ਕਰਦਾ ਹੈ। ਉਹ ਜਿਹੜਾ ਖੇਤੀ ਕਰਦਾ ਤਾਂ ਅਸੀਂ ਲੋਕ ਜਿਹੜਾ ਹੈ ਫਿਰ ਅਸੀਂ ਖਾਂਦੇ ਆ, ਤਾਂ ਉਹਦੇ ਵਾਸਤੇ ਰਿਲੀਫ ਜ਼ਿਆਦਾ ਹੋਣਾ ਚਾਹੀਦਾ ਸੀਗਾ। ਮੈਂ ਤਾਂ ਸਰਕਾਰ ਨੂੰ ਇਹ ਵੀ ਰਿਕੁਐਸਟ ਕੀਤੀ ਸੀ, ਪਿਛਲੇ 10 ਦਿਨਾਂ ਤੋਂ ਕਰੀਬ तमाम ਵੱਡੇ ਨੈਸ਼ਨਲ ਚੈਨਲਸ ਤੇ ਮੈਂ ਸ਼ੋਅ ਕਰ ਰਿਹਾ, ਸਰਕਾਰ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਕਿ PM ਕਿਸਾਨ ਨਿਧੀ ਯੋਜਨਾ ਨੂੰ ਵਧਾਇਆ ਜਾਏ, ਉਹਨੂੰ ਡਬਲ ਕੀਤਾ ਜਾਵੇ, ਪਲੱਸ ਸਾਡੇ ਐਗਰੀਕਲਚਰਸ ਨੂੰ ਕਈ ਹੋਰ ਰਿਲੀਫ ਮਿਲਣੇ ਚਾਹੀਦੇ ਸੀਗੇ। ਤਾਂ ਮੈਂ ਇਹਦੇ ਵਿੱਚ ਤੁਹਾਡੇ ਨਾਲ ਟੋਟਲੀ ਹਾਂ, ਆਈ ਐਮ ਟੋਟਲੀ endorsing what you are saying. For me, I have very high respect for my agriculturist brother. He is much more important than any Akash Jindal who is roaming in a 20 lakh car. My agricultural brother is a much more vital component of my economy and the government needs to do a lot. But ਉਹਦੇ ਵਿੱਚ ਮੇਰੇ ਵੀਰ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਾਂਗਾ, ਅੱਜ ਕੀ ਹੈ ਸਰਕਾਰ ਕੋਲ ਲਿਮਿਟਿਡ ਰਿਸੋਰਸਸ ਸੀਗੇ। ਤੁਸੀਂ ਦੇਖਿਆ ਡੈਫਿਸਿਟ ਹਲੇ ਵੀ 6.4% ਕਰੀਬ ਰਹੇਗਾ, ਕਿਉਂਕਿ ਜੇ ਕਰੋਨਾ ਕਰਕੇ ਆਮ ਆਦਮੀ ਦੀ ਬੈਲੈਂਸ ਸ਼ੀਟ ਵਿਗੜੀ ਸੀ ਤਾਂ ਸਰਕਾਰ ਦੀ ਬੈਲੈਂਸ ਸ਼ੀਟ ਵਿਗੜੀ ਸੀ। ਸਰਕਾਰ ਕੋਲ ਬਹੁਤ ਜ਼ਿਆਦਾ ਕੁਝ ਨਹੀਂ ਸੀਗਾ, ਤਾਂ ਲਿਮਿਟਿਡ ਰਿਸੋਰਸਸ ਸੀਗੀ। ਲਿਮਿਟਿਡ ਰਿਸੋਰਸਸ ਦੇ ਵਿੱਚ ਇਸ ਵਾਰ ਹਲਵਾ ਸੈਰੇਮਨੀ ਤਾਂ ਨਹੀਂ ਹੋਈ, ਸਭ ਨੂੰ ਪਤਾ ਹੀ ਹੈ ਬਜਟ ਤੋਂ ਪਹਿਲਾਂ, ਬਟ ਉਹ ਹਲਵਾ ਸਭ ਨੂੰ ਕੁਝ ਨਾ ਕੁਝ ਦੇਣਾ ਸੀਗਾ, ਸਭ ਦਾ ਮੂੰਹ ਮਿੱਠਾ ਕਰਾਉਣਾ ਸੀਗਾ। ਤਾਂ ਸਰਕਾਰ ਦੇ ਸ਼ਾਇਦ ਆਪਾਂ ਥੋੜਾ ਬੈਨੀਫਿਟ ਆਫ ਡਾਊਟ ਦੇ ਸਕਦੇ ਹਾਂ ਕਿ ਦ ਗਵਰਨਮੈਂਟ ਹੈਡ ਲਿਮਿਟਿਡ ਰਿਸੋਰਸਸ, ਬਟ ਫਿਰ ਵੀ ਮੈਂ ਇਸ ਚੀਜ਼ ਤੇ ਤੁਹਾਡਾ ਸਮਰਥਨ ਕਰਦਾ ਕਿ ਸਾਡੇ ਕਿਸਾਨ ਭਰਾਵਾਂ ਨੂੰ ਜਿੰਨਾ ਮਿਲਣਾ ਚਾਹੀਦਾ ਸੀ ਉਹਨਾਂ ਨਹੀਂ ਮਿਲਿਆ। ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਮੈਂ ਇਹ ਚਾਹੁੰਦਾ ਕਿ ਡੀਜ਼ਲ ਦੇ ਪ੍ਰਾਈਸ ਘੱਟ ਕੀਤੇ ਜਾਣ। ਮੈਂ ਤਾਂ ਸਰਕਾਰ ਨੂੰ ਰਿਕੁਐਸਟ ਕੀਤੀ ਸੀਗੀ ਕਿ ਐਕਸਾਈਜ਼ ਨੂੰ ਘਟਾਇਆ ਜਾਵੇ ਤਾਂ ਕਿ ਡੀਜ਼ਲ ਸਸਤਾ ਹੋਵੇ, ਕਿਉਂਕਿ ਡੀਜ਼ਲ ਇਜ਼ ਲਾਈਕ ਲਾਈਫਲਾਈਨ ਫॉर आवर एग्रीकल्चरिस्ट ब्रदर। देखो आज बड़ी सिंपल जी एग्जांपल है ਜਿਹੜੀ ਮੈਂ ਸਾਰੇ ਚੈਨਲ ਤੇ ਦਿੱਤੀ ਹੈ, ਉਹਦੇ ਨਾਲ ਜਿਹੜਾ ਹੈ ਜੇ ਅਸੀਂ ਸਾਡੇ ਕਿਸਾਨ ਦੀ ਮਦਦ ਕਰਾਂਗੇ ਤਾਂ ਹਾਊਸਵਾਈਫ ਦੀ ਮਦਦ ਹੋਏਗੀ। ਅੱਜ ਗੋਭੀ ਦੀ ਸਬਜ਼ੀ ਅਸੀਂ ਸਭ ਘਰੇ ਖਾਂਦੇ ਆ, ਤਾਂ ਉਹ ਗੋਭੀ ਕਿਉਂਕਿ ਡੀਜ਼ਲ ਮਹਿੰਗਾ ਹੈ, ਜਦੋਂ ਸਾਡੇ ਕਿਸਾਨ ਵੀਰ ਦੇ ਖੇਤ ਤੋਂ ਮੰਡੀ ਤੱਕ ਆਉਂਦੀ ਹੈ ਡੀਜ਼ਲ ਮਹਿੰਗੀ ਹੋਣ ਕਰਕੇ ਮਹਿੰਗੀ ਹੁੰਦੀ ਹੈ, ਫਿਰ ਸਾਡੇ ਚੁੱਲ੍ਹੇ ਤੇ ਪੱਕਦੀ ਹੈ। ਤਾਂ ਇਨਪੁਟ ਤੋਂ ਲੈ ਕੇ ਆਊਟਪੁਟ ਤੱਕ ਹੀ ਉਹ ਐਗਰੀਕਲਚਰ allow me to complete ਮੈਂ ਇੱਕ ਪੂਰਾ ਸੀਕੁਐਂਸ ਦੱਸਣਾ ਚਾਹੁੰਦਾ। ਫਿਰ ਜੋ ਸਾਡੇ ਚੁੱਲ੍ਹੇ ਤੇ ਪੱਕਦੀ ਹੈ ਉਹ LPG ਜਾਂ ਪਾਈਪ ਨੈਚੁਰਲ ਗੈਸ ਤੇ ਚੱਲਦਾ ਹੈ, ਉਹ ਮਹਿੰਗੀ ਹੋਈ ਹੈ। ਜਦੋਂ ਬਣਦੀ ਹੈ ਉਹ ਸਰੋਂ ਦੇ ਤੇਲ 'ਚ ਬਣਦੀ ਹੈ, ਤਾਂ ਉਹ ਗੋਭੀ ਪਹਿਲਾਂ ਤਾਂ ਜਿਹੜਾ ਹੈ ਮੰਡੀ ਤੱਕ ਆਉਂਦੇ ਹੁੰਦੇ ਮਹਿੰਗੀ ਹੋ ਗਈ, ਫਿਰ ਉਹਨੂੰ ਪਕਾਉਣਾ ਮਹਿੰਗਾ ਹੋ ਗਿਆ, ਫਿਰ ਜਿਹੜਾ ਸਰੋਂ ਦਾ ਤੇਲ ਹੈ ਜਿਹ 'ਚੋਂ ਪੱਕਣੀ ਹੈ ਉਹ ਮਹਿੰਗੀ ਹੋ ਗਈ, ਤਾਂ ਉਹ ਗੋਭੀ ਅਲਟੀਮੇਟਲੀ ਸਾਡੀ ਥਾਲੀ 'ਚ ਆਉਂਦੇ ਹੁੰਦੇ ਵੀਰ ਮੇਰੇ ਬਹੁਤ ਮਹਿੰਗੀ ਹੋ ਜਾਂਦੀ ਹੈ। ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਹੈ ਕਿ ਸਾਡੇ ਕਿਸਾਨ ਭਰਾ ਕੋਲ ਜਿਹੜਾ ਹੈ ਉਹਨੂੰ ਗੋਭੀ ਦਾ ਉਚਿਤ ਮੁੱਲ ਵੀ ਮਿਲੇ, ਨਾਲ ਹੀ ਨਾਲ ਐਕਸਟਰਾ ਜਿਹੜਾ ਮਹਿੰਗਾ ਡੀਜ਼ਲ ਹੈ ਉਹ ਕਿਤੇ ਜਿਹੜਾ ਹੈ ਕਿਸਾਨ ਵੀਰ ਦਾ ਪ੍ਰੋਫਿਟ ਵੀ ਨਾ ਖਾ ਜੇ, ਕਿਸਾਨ ਭਰਾ ਨੂੰ ਉਚਿਤ ਮੁੱਲ ਮਿਲੇ, ਹਾਊਸਵਾਈਫ ਨੂੰ ਵਾਇਬਲ ਰੇਟ ਤੇ ਮਿਲੇ। ਤਾਂ ਇਹਦੇ ਵਾਸਤੇ ਇੱਕ ਚੀਜ਼ ਤਾਂ ਕੀਤੀ ਗਈ ਹੈ, ਇਲੈਕਟ੍ਰੀਕਲ ਵਹੀਕਲਸ ਤੇ ਕਾਫੀ ਫੋਕਸ ਰੱਖਿਆ ਗਿਆ ਹੈ। ਇਲੈਕਟ੍ਰਿਕ ਵਹੀਕਲ ਲਾਉਣ ਤਾਂ ਡੀਜ਼ਲ ਤੇ ਜਿਹੜਾ ਵਹੀਕਲ ਦੀ ਘਟੇਗੀ, ਕੁਛ ਨਾ ਕੁਛ ਪੋਲਿਊਸ਼ਨ ਵੀ ਘਟੇਗਾ, ਬਟ ਫਿਰ ਵੀ ਮੈਂ ਇਸ ਤੇ ਜਿਹੜਾ ਹੈ ਕਿਸਾਨ ਵੀਰ ਦੇ ਨਾਲ ਖੜਾ। ਮੇਰਾ ਸਰਕਾਰ ਨੂੰ ਕਲੀਅਰਲੀ ਮੰਨਣਾ ਹੈ ਕਿ ਕਿਸਾਨ ਵੀਰ ਦਾ ਜਿੰਨਾ ਹੱਕ ਸੀਗਾ ਉਹਨੂੰ ਨਹੀਂ ਮਿਲਿਆ। ਐਂਡ ਲੈਟ ਮੀ ਟੈਲ ਯੂ ਪਿਓਰਲੀ ਐਜ਼ ਐਨ ਇਕੋਨੋਮਿਸਟ, our economy still is an agro-based economy. Now, our economy runs on demand and consumption. Where does demand and consumption from? Demand ਤੇ consumption ਮੇਰੇ ਵੀਰ ਸ਼ੁਰੂ ਹੁੰਦੀ ਹੈ ਸਾਡੇ ਪਿੰਡਾਂ ਚੋਂ। ਪਿੰਡਾਂ ਚੋਂ ਜਿਹੜਾ ਸਾਡਾ ਕਿਸਾਨ ਭਰਾ ਹੈ ਉਹ ਮੰਡੀ ਦੇ ਵਿੱਚ ਆਉਂਦਾ ਹੈ, ਉੱਥੇ ਆ ਕੇ ਪਰਚੇਜ਼ਿੰਗ ਕਰਦਾ, ਫਿਰ ਮੰਡੀ ਤੋਂ ਡਿਸਟ੍ਰਿਕਟ ਹੈਡਕੁਆਟਰ, ਫਿਰ ਚੰਡੀਗੜ੍ਹ ਲੁਧਿਆਣੇ ਵਰਗੇ ਸ਼ਹਿਰ 'ਚ, ਫਿਰ ਆਉਂਦੀ ਹੈ ਮੈਟਰੋ ਦੇ ਬੰਬੇ ਵਰਗੇ ਸ਼ਹਿਰ। ਤੇ ਜਦੋਂ ਤੱਕ ਕਿਸਾਨ ਹੁਣ ਇੰਨੇ ਲੋਕੀ ਐਗਰੀਕਲਚਰ ਤੇ ਡਿਪੈਂਡੈਂਟ ਨੇ, GDP ਦਾ ਸਿਰਫ 16% ਹੈ। ਹੁਣ ਕੀ ਗਵਰਨਮੈਂਟ ਨੂੰ ਪਾਲਿਸੀ ਇਹ ਨਹੀਂ ਬਣਾਉਣੀ ਚਾਹੀਦੀ ਕਿ ਲੋਕੀ ਕਿਸਾਨੀ ਤੇ ਇਨਕਮ ਵਾਈਜ਼ ਡਿਪੈਂਡੈਂਟ ਘੱਟ ਹੋਣ? ਹਾਲਾਂਕਿ ਸਾਡਾ ਦੇਸ਼ ਹਮੇਸ਼ਾ ਆਪਣੇ ਐਗਰੀਕਲਚਰਿਸਟ ਭਾਈਆਂ ਤੇ ਡਿਪੈਂਡੈਂਟ ਰਹੇਗਾ,
ਤੇ ਆਪਾਂ ਨੂੰ ਐਗਰੀਕਲਚਰ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਲੋੜ ਨਹੀਂ ਹੈ ਇਨਕਮ ਉਹਨਾਂ ਦੀ ਵਧਾਉਣ ਲਈ, ਪਰ ਜੀ ਹਾਂ, ਬਿਲਕੁਲ ਐਗਰੀਕਲਚਰ ਤੋਂ ਲੋਕ ਜਿਹੜਾ ਹੈ ਉਹ ਤੋਂ ਬਾਅਦ ਟ੍ਰੇਡਿੰਗ ਦੇ ਵਿੱਚ ਆ ਰਹੇ ਨੇ, ਪ੍ਰੋਫੈਸ਼ਨ ਦੇ ਵਿੱਚ ਆ ਰਹੇ ਨੇ, ਮੈਨੂਫੈਕਚਰਿੰਗ ਦੇ ਵਿੱਚ ਆ ਰਹੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਕਨੋਮੀ ਦੀ ਗ੍ਰੈਜੂਅਲ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ, ਐਗਰੀਕਲਚਰ ਤੋਂ ਉਹ ਮੈਨੂਫੈਕਚਰਿੰਗ ਚ ਆ ਰਹੇ ਨੇ, ਆਈਟੀ ਦੇ ਵਿੱਚ ਵੀ ਆ ਰਹੇ ਨੇ, ਸਰਵਿਸਿਜ਼ ਦੇ ਵਿੱਚ ਵੀ ਆ ਰਹੇ ਨੇ, ਉਹ ਚੀਜ਼ਾਂ ਹੋ ਰਹੀਆਂ। ਬਟ ਫਿਰ ਵੀ ਦੂਜਾ ਐਂਗਲ ਦੇਖੋ, पेट तो साडा किसान भी नहीं भरेगा ना, बिल्कुल वो उत्पादन करेगा रोटी, हाँ तो रोटी तो बिना तो काम चलेगा नहीं। तो मैं तुहानू शुरू च कहा सी कि ग्रेजुअली जिहड़ा है दो चीज़ां मैं शुरू च कहियां सी, एक तो इंटरनेट इकोनॉमी साडी बहुत वध रही है, इंटरनेट इकोनॉमी ने साडी जीडीपी नू बहुत अगे लै गई है। अज मैं गल करदा, मैं ग्लोबल चैनल्स ते शो करदा, यूएस दे विच साडी खास इज्जत है क्योंकि असी आईटी ते बीपीओ प्रोवाइड करदे हां। वी आर लुक्ड एट विद लॉट ऑफ रिस्पेक्ट इन यूएस एंड यूरोप। क्यों? क्योंकि साडे टेक्नोलॉजी दे बच्चियां ने 20 साल 25 साल ਦੇ ਬੱਚਿਆਂ ਨੇ ਯੂਐਸ ਦੇ ਵਿੱਚ ਜਿਹੜਾ ਹੈ ਆਪਣਾ ਝੰਡਾ ਗੱਡਿਆ ਹੋਇਆ ਹੈ। ਤਾਂ ਆਲਰੇਡੀ ਸਰਵਿਸਿਜ਼ ਦੇ ਵਿੱਚ ਅਸੀਂ ਹੈਗੇ, ਮੈਨੂਫੈਕਚਰਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇਨਫਰਾਸਟ੍ਰਕਚਰ ਨੂੰ ਗਰੋ ਕਰਾਂਗੇ। ਤੇ ਇਸ ਪੁਆਇੰਟ ਤੋਂ ਤੁਹਾਡੇ ਇੱਕ ਪੁਆਇੰਟ ਤੋਂ ਮੈਂ ਇੱਕ ਗੱਲ ਮੇਰੇ ਦਿਮਾਗ 'ਚ ਆਈ ਹੈ, ਆਈ ਵਿਲ ਜਸਟ ਲਾਈਕ ਟੂ ਐਡ, ਤੁਹਾਡਾ ਵਿਊ ਮੈਂ ਉੱਤੇ ਜਾਨਣਾ ਚਾਹੂੰਗਾ। ਹੁਣ ਆਪਾਂ ਬੀਪੀਓ ਤੇ ਬੈਕ ਐਂਡ ਸਪੋਰਟ ਦਿੰਨੇ ਆ, ਹੁਣ ਅੱਜ ਦੀ ਡੇਟ 'ਚ ਸਾਰੇ ਪ੍ਰੋਸੈਸ ਆਟੋਮੇਟ ਹੋਈ ਜਾ ਰਹੇ ਨੇ, ਜਲਦੀ ਤੈਨੂੰ ਉਤੋਂ ਫਿਲੀਪੀਨਸ ਤੇ ਵੀਅਤਨਾਮ 'ਚ ਸਾਨੂੰ ਬੜਾ ਵੱਡਾ ਕੰਪੀਟੀਸ਼ਨ ਮਿਲ ਰਿਹਾ ਤੇ ਇਹ ਵਾਲੀਆਂ ਚੀਜ਼ਾਂ ਸਾਡੇ ਤੋਂ ਜੌਬਸ 'ਚ ਗਰੋਥ ਨੈਗੇਟਿਵ ਹੋ ਰਹੀ ਹੈ। ਹੁਣ ਆਪਾਂ ਨੇ ਐਜੂਕੇਸ਼ਨ ਤੇ, ਜੇ ਆਪਾਂ ਨੂੰ ਕੱਲ ਨੂੰ ਸਿਲੀਕਨ ਵੈਲੀ ਇੱਥੇ ਆਪਣੇ ਇੰਡੀਆ 'ਚ ਲੈ ਕੇ ਆਣੀ ਹੈ, ਹਾਈ ਐਂਡ ਕੰਮ ਕਰਨੇ ਨੇ ਜਿਹੜੇ, ਤਾਂ ਆਰ ਐਜੂਕੇਸ਼ਨ ਦਾ ਕੁਆਲਿਟੀ ਲੈਵਲ ਇੰਪਰੂਵ ਕਰਨ ਲਈ ਵਟ ਗਵਰਨਮੈਂਟ ਕੈਨ ਡੂ। ਜੀ ਆਈ ਐਮ ਟੋਟਲੀ ਵਿਦ ਯੂ, ਮੇਰਾ ਤਾਂ ਇਹ ਮੰਨਣਾ ਹੈ ਤੇ ਮੈਂ ਇਸ ਵਾਸਤੇ ਜਿਹੜਾ ਹੈ ਕੈਬਨਿਟ ਮਿਨਿਸਟਰਸ ਨਾਲ ਜੋ ਸ਼ੋਅ ਕਰਦਾ ਉਹਨਾਂ ਨੂੰ ਰਿਕੁਐਸਟ ਵੀ ਕਰਦਾ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਉਹ ਜੌਬ ਓਰੀਐਂਟਡ ਹੋਵੇ। ਅਸੀਂ ਇੱਥੇ +2 ਜਾਂ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਨਾ ਪੈਦਾ ਕਰੀਏ, ਅਸੀਂ +2 ਲੈਵਲ ਤੇ ਜਿਹੜਾ ਹੈ ਬੱਚਿਆਂ ਨੂੰ ਇਹ ਕੁਆਲੀਫਿਕੇਸ਼ਨ ਦਈਏ ਕਿ ਇੱਕ ਸਾਡੀ ਬੇਟੀ ਜਿਹੜੀ ਹੈ ਹੇਅਰ ਡਰੈਸਰ ਦਾ ਕੋਰਸ ਕਰੇ, ਬਿਊਟੀਸ਼ੀਅਨ ਦਾ ਕੋਰਸ ਕਰੇ, ਕੰਪਿਊਟਰ ਆਪਰੇਟਰ ਦਾ ਕੋਰਸ ਕਰੇ, ਸਾਡਾ ਬੱਚਾ ਬੇਟਾ ਜਿਹੜਾ ਹੈ ਸ਼ੈਫ ਦਾ ਕੋਰਸ ਕਰੇ, ਉਹ ਬੇਕਰ ਦਾ ਕੋਰਸ ਕਰੇ, ਤਾਂ ਕਿ +2 ਤੋਂ ਬਾਅਦ ਉਹ ਜਿਹੜਾ ਹੈ ਕਮਾਈ ਕਰਨਾ ਸ਼ੁਰੂ ਕਰੇ। ਕਮਾਈ ਕਰਕੇ ਜਿਹੜਾ ਹੈ ਕੰਟਰੀ ਦੀ ਇਕਨੋਮੀ ਦੇ ਵਿੱਚ ਵੀ ਐਡ ਕਰੇ ਤੇ ਆਪਣੇ ਘਰ ਦੀ ਇਕਨੋਮੀ ਦੇ ਵਿੱਚ ਵੀ ਐਡ ਕਰੇ। ਸਾਨੂੰ ਐਜੂਕੇਸ਼ਨ ਪਾਲਿਸੀ ਨੂੰ ਜੌਬ ਓਰੀਐਂਟਡ ਬਣਾਉਣਾ ਪਏਗਾ ਤਾਂ ਕਿ ਬੱਚਾ ਜਿਹੜਾ ਹੈ 10th ਤੋਂ ਬਾਅਦ 2 ਸਾਲ ਉਹਨੂੰ ਇਹ ਸਿਖਾਇਆ ਜਾਵੇ ਕਿ ਪ੍ਰੈਕਟੀਕਲੀ ਕਿਵੇਂ ਉਹ ਪੈਸਾ ਜਿਹੜਾ ਹੈ ਕਮਾ ਸਕਦਾ ਹੈ। ਉਹਨੂੰ ਸਕੂਟਰ ਜਾਂ 2 ਵੀਲਰ ਦਾ ਜਾਂ 4 ਵੀਲਰ ਦਾ ਇੰਜੀਨੀਅਰ ਬਣਾਇਆ ਜਾਵੇ। ਤਾਂ ਕਿਤੇ ਨਾ ਕਿਤੇ ਜੌਬ ਓਰੀਐਂਟਡ ਸਾਨੂੰ ਜਿਹੜਾ ਹੈ ਆਪਣੀ ਐਜੂਕੇਸ਼ਨ ਪਾਲਿਸੀ ਨੂੰ ਕਰਨਾ ਪਏਗਾ। ਵਰਨਾ ਹੁੰਦਾ ਕੀ ਹੈ, ਗ੍ਰੈਜੂਏਸ਼ਨ ਹੋ ਗਈ, BA ਹੋ ਗਈ, BSc ਹੋ ਗਈ, BCom ਹੋ ਗਈ, ਉਹ ਤੋਂ ਬਾਅਦ ਕੀ BA ਇੱਕ ਜਿਹੜੀ ਜੌਬ ਫੈਚ ਕਰਦੀ ਹੈ। ਤਾਂ ਸਾਨੂੰ ਇਸ ਤਰ੍ਹਾਂ ਦੀ ਐਜੂਕੇਸ਼ਨ ਪਾਲਿਸੀ ਬਣਾਉਣੀ ਪਊਗੀ ਕਿ ਜੌਬ ਓਰੀਐਂਟਡ ਹੋਵੇ। ਸਰ ਉਹਦੇ ਨਾਲ ਜਿਹੜਾ ਹੈ ਨਾਲ ਕੰਪੀਟ ਕਰਨਾ ਗਲੋਬਲ ਲੈਵਲ ਤੇ ਫਿਊਚਰਿਸਟ ਟੈਕਨੋਲੋਜੀ ਤੇ ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਚਿਊਟ ਨੇ ਉਹਨਾਂ ਦੇ ਰਿਸਰਚ ਓਰੀਐਂਟੇਸ਼ਨ ਲਈ, ਉਹਦੇ 'ਚ ਹਾਈਟੈਕ ਤੇ ਇਨੋਵੇਸ਼ਨ ਨੂੰ ਡਿਵੈਲਪ ਕਰਨ ਲਈ ਇਸ ਬਜਟ 'ਚ ਕੀ ਹੈ ਕਿ ਸਾਡੀ ਇਕਨੋਮੀ ਇਨੋਵੇਟਿਵ ਇਕਨੋਮੀ ਬਣੇ, ਉਹਦੇ ਲਈ ਕੀ ਕੀਤਾ ਗਿਆ? ਦੇਖੋ ਬਜਟ ਦੇ ਵਿੱਚ ਐਜੂਕੇਸ਼ਨ ਵਾਸਤੇ ਆਊਟਲੇਸ ਰੱਖੇ ਗਏ ਨੇ, ਪਲੱਸ ਮੇਰਾ ਇਹ ਮੰਨਣਾ ਹੈ ਵੀ ਐਪਰੀਸ਼ੀਏਟ ਦੈਟ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਕਰਨ ਲਈ ਉਸ ਦੀ ਲੋੜ ਵੀ ਸੀ, ਪਰ ਮੈਂ ਕਹਿੰਦਾ ਇਨੋਵੇਟਿਵ ਇਕਨੋਮੀ ਬਣਾਉਣ ਲਈ ਗਵਰਨਮੈਂਟ ਨੇ ਜੋ ਸਟੈਪ ਲੈਣੇ ਸੀ ਕਿ ਉਹਨੇ ਸਟੈਪ ਲਿੱਤੇ ਨੇ ਕਿ ਸਿਰਫ ਐਲੋਕੇਸ਼ਨਸ ਹੋਈਆਂ ਨੇ? ਕੋਈ ਸਪੈਸਿਫਿਕ ਸਟੈਪ ਤੁਸੀਂ ਦੱਸ ਪਾਓ। ਹਾਂ ਦੇਖੋ, ਮੈਂ ਜਿਵੇਂ ਤੁਹਾਨੂੰ ਕਹਿ ਰਿਹਾ ਕਿ ਆਲਰੇਡੀ ਜਿਹੜਾ ਹੈ ਸਾਡੇ ਕੋਲ ਇੱਕ ਬਹੁਤ ਹਾਈ ਡੈਫਿਸਿਟ ਨਾਲ ਚੱਲ ਰਿਹਾ ਸੀ। ਡੈਫਿਸਿਟ ਦਾ ਪਹਿਲਾਂ ਤਾਂ ਦਰਸ਼ਕਾਂ ਨੂੰ ਮਤਲਬ ਸਮਝਾਦਾ। ਡੈਫਿਸਿਟ ਦਾ ਮਤਲਬ ਕਿ ਸਾਡਾ ਖਰਚਾ ਜ਼ਿਆਦਾ ਸੀ, ਕਮਾਈ ਘੱਟ ਸੀ। ਇੱਕ ਇੰਟਰਨੈਸ਼ਨਲ ਸਟੈਂਡਰਡ ਹੈ ਡੈਫਿਸਿਟ ਦਾ 2.8% ਦੇ ਆਸ-ਪਾਸ, ਉਹਨੂੰ ਅਸੀਂ ਬਹੁਤ ਜ਼ਿਆਦਾ ਐਕਸੀਡ ਕਰ ਰਹੇ ਸੀ ਲਾਸਟ ਈਅਰ ਕਿਉਂਕਿ ਕੋਰੋਨਾ ਕਰਕੇ ਰਿਸੈਸ਼ਨ ਸਾਰੀਆਂ ਇਕਨੋਮੀਜ਼ ਇਸ ਵਾਰ ਵੀ ਅਗਲੇ ਸਾਲ ਸਪੈਂਡਿੰਗ ਵਾਸ ਰਿਕੁਆਇਰਡ, ਗਵਰਨਮੈਂਟ ਸਪੈਂਡਿੰਗ ਵਾਸ ਰਿਕੁਆਇਰਡ, ਉਹਦਾ ਮਲਟੀਪਲਾਇਰ ਇਫੈਕਟ ਬਹੁਤ ਵਧੀਆ ਹੁੰਦਾ ਹੈ। ਸੋ ਦੈਟ ਵਾਸ ਰਿਕੁਆਇਰਡ ਟੂ ਰੀਬਿਲਡ ਦ ਇਕਨੋਮੀ। ਸੋ ਹਲੇ ਵੀ ਜਿਹੜਾ ਹੈ ਡੈਫਿਸਿਟ ਸਾਡਾ 6.3 ਜਾਂ 6.4 ਜਿਹੜਾ ਹੈ ਅਗਲੇ ਸਾਲ ਦਾ ਰੱਖਿਆ ਗਿਆ ਹੈ। ਤਾਂ ਬਹੁਤ ਜ਼ਿਆਦਾ ਕੁਝ ਰਿਸੋਰਸਿਸ ਨਹੀਂ ਥੀ, ਬਟ ਉਹਦੇ ਤੇ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਨੂੰ ਤਾਂ ਬਹੁਤ ਕੁਝ ਕਰਨਾ ਚਾਹੀਦਾ ਹੈ। ਜਿਵੇਂ ਹੁਣ ਸੈਮੀਕੰਡਕਟਰਸ ਦੀ ਗੱਲ ਚੱਲ ਰਹੀ ਹੈ, ਸੈਮੀਕੰਡਕਟਰਸ ਨੂੰ ਲੈ ਕੇ ਟਾਈ ਅਪ ਹੋਏ ਨੇ, ਤਾਂ ਸੈਮੀਕੰਡਕਟਰਸ ਦੇ ਉੱਪਰ ਬਹੁਤ ਕੰਮ ਹੋਣਾ ਚਾਹੀਦਾ ਹੈ। ਉਹ ਇਕਨੋਮੀ ਨੂੰ ਅੱਗੇ ਲੈ ਜਾ, ਉਹ ਤੋਂ ਬਾਅਦ ਅੱਗੇ ਚੱਲੋ। ਮੈਂ ਤਾਂ ਕਹਿੰਦਾ ਵਰਚੁਅਲ ਰੀਅਲ ਐਸਟੇਟ ਨੂੰ ਵੀ ਸਟਾਰਟ ਕੀਤਾ ਜਾਵੇ ਕੰਟਰੀ ਦੇ ਵਿੱਚ। ਵਰਚੁਅਲ ਰੀਅਲ ਐਸਟੇਟ ਸਟਾਰਟ ਕੀਤੀ ਜਾਵੇ, ਉਹ ਨਵੀਂ ਟੈਕਨੋਲੋਜੀ ਲਿਆਂਦੀ ਜਾਵੇ ਜਿਹਦੇ ਨਾਲ ਗਰੋਥ ਹੋ ਸਕਦੀ ਹੈ। ਵਰਚੁਅਲ ਅਸੈਟ ਤੇ ਉਹਨਾਂ ਨੇ ਟੈਕਸ ਲਾਤੇ, ਵਰਚੁਅਲ ਅਸੈਟ ਤੇ 30% ਟੈਕਸ ਲਾਤੇ। ਨਹੀਂ, ਮੈਂ ਵਰਚੁਅਲ ਰੀਅਲ ਐਸਟੇਟ ਦੀ ਗੱਲ ਕਰ ਰਿਹਾ। ਇਫ ਯੂ ਵਾਂਟ ਮੀ ਟੂ ਐਲੈਬੋਰੇਟ I can explain what a virtual real estate means. Beneficial definitely. हाँ, virtual real estate ਇਹ ਹੈ ਕਿ ਤੁਸੀਂ ਆਪਣੇ ਫੋਨ ਤੇ ਜਾਂ ਲੈਪਟਾਪ ਤੇ ਬੈਠੇ ਇੱਕ simulated version ਦੇ ਵਿੱਚ ਐਂਟਰ ਕਰੋਗੇ, ਤੁਹਾਨੂੰ ਇੱਕ actual real estate ਦੀ ਜਿਹੜੀ ਹੈ ਫੀਲਿੰਗ ਆਏਗੀ ਤਾਂ ਤੁਸੀਂ ਕੀ ਉੱਥੇ ਬੈਠ ਕੇ ਕੰਮ ਕਰ ਰਹੇ ਹੋ। ਇਹ ਨਵੇਂ ਜ਼ਮਾਨੇ ਦੀ ਟੈਕਨੋਲੋਜੀ ਹੈ ਜਿਹੜੀ ਹੌਲੀ-ਹੌਲੀ ਹਿੰਦੁਸਤਾਨ ਦੇ ਵਿੱਚ ਆ ਰਹੀ ਹੈ। ਤਾਂ ਉਹਦੇ ਵਿੱਚ ਜਿਹੜਾ ਹੈ ਅੱਗੇ ਚੱਲ ਕੇ ਬਹੁਤ ਗਰੋਥ ਆਏਗੀ।
ਦੇਖੋ ਟੈਕਸੇਸ਼ਨ ਤਾਂ ਸਰਕਾਰ ਨੂੰ ਹਰ ਚੀਜ਼ ਦੇ ਵਿੱਚ ਕਰਨਾ ਹੀ ਪਏਗਾ, ਕਿਉਂਕਿ ਹਰ ਵਿਅਕਤੀ ਜਿਹੜਾ ਵੀ ਕਮਾ ਰਿਹਾ ਹੈ ਉਹਦੀ ਡਿਊਟੀ ਬਣਦੀ ਹੈ ਕਿ ਉਹ ਕੰਟਰੀ ਦੀ ਗਰੋਥ ਦੇ ਵਿੱਚ ਕੰਟਰੀਬਿਊਟ ਕਰੇ। ਟੈਕਸ ਤਾਂ ਜਿੰਨੀਆਂ ਐਡਵਾਂਸਡ ਇਕਨੋਮੀਜ਼ ਨੇ, ਯੂਐਸ ਹੈ, ਯੂਰਪ ਹੈ, ਕਈ ਟੈਕਸ ਸਾਡੇ ਤੋਂ ਜ਼ਿਆਦਾ ਹੈ। ਤਾਂ ਜੇ ਅੱਜ ਦੀ ਤਰੀਕ ਦੇ ਵਿੱਚ ਆਕਾਸ਼ ਜਿੰਦਲ 10 ਲੱਖ ਜਾਂ 20 ਲੱਖ ਜਾਂ 50 ਲੱਖ 1 ਕਰੋੜ ਕਮਾ ਰਿਹਾ ਹੈ ਤਾਂ ਉਹਦੀ ਡਿਊਟੀ ਬਣਦੀ ਹੈ ਕਿ ਕੰਟਰੀ ਦੀ ਇਕਨੋਮੀ ਦੇ ਅੰਦਰ ਜਿਹੜਾ ਹੈ ਕੰਟਰੀਬਿਊਟ ਕਰੇ। ਮੈਂ ਤਾਂ ਖੁਦ ਸਰਕਾਰ ਨੂੰ ਕਿਹਾ ਸੀ ਕਿ ਸੁਪਰ ਰਿਚ ਟੈਕਸ ਲਾਇਆ ਜਾਏ, ਕਿਉਂਕਿ ਪੂਅਰ ਰਿਚ ਦਾ ਗੈਪ ਵੀ ਵੱਧ ਰਿਹਾ ਹੈ। ਤਾਂ ਆਈ ਹੈਵ ਬੀਨ ਐਨ ਐਡਵੋਕੇਟ ਆਫ ਸੁਪਰ ਰਿਚ ਟੈਕਸ। ਮੇਰਾ ਤਾਂ ਇਹ ਮੰਨਣਾ ਹੈ ਕਿ ਰਈਸਾਂ ਤੋਂ ਲਿੱਤਾ ਜਾਵੇ ਤੇ ਸਾਡੇ ਗਰੀਬ ਭਾਈ ਭੈਣਾਂ ਨੂੰ ਦਿੱਤਾ ਜਾਵੇ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿਸੇ ਵੀ ਆਕਾਸ਼ ਜਿੰਦਲ ਤੋਂ ਜ਼ਿਆਦਾ ਇੰਪੋਰਟੈਂਟ ਮੇਰਾ ਉਹ ਵੀਰ ਹੈ ਜਿਹੜਾ ਡੇਲੀ ਕੰਮ ਕਰਕੇ 500 ਰੁਪਏ ਦਿਹਾੜੀ ਕਮਾਉਂਦਾ ਹੈ। He is a much more important and vital component of our society and economy than any Akash Jindal rides in a 25 lakh vehicles, talks about millions, talks to MNC people, talks to foreigners. The effective tax rate is anyway higher if ਜੇ direct ਤੇ indirect ਤੁਸੀਂ ਲਓ। ਸੈਕੰਡਲੀ ਇਹਦੇ ਨਾਲ ਜੇ ਤੁਸੀਂ ਟੈਕਸ ਰੇਟ ਹਾਇਰ ਕਰਦੇ ਹੋ, देयर इज अ ਥਿਊਰੀ ਕਿ ਜੇ ਤੁਸੀਂ ਟੈਕਸ ਰੇਟ ਨੂੰ ਘੱਟ ਕਰੋਗੇ ਲੋਕੀ ਆਪਣੀ ਇਨਕਮ ਜ਼ਿਆਦਾ ਸ਼ੋ ਕਰਨਗੇ। ਇਹ ਜਿਹੜੀ ਟੈਕਸ ਅਵੋਇਡੈਂਸ ਹੁੰਦੀ ਹੈ, ਜੇ ਪਹਿਲਾਂ ਵੀ ਜੇ ਅੱਜ ਤੋਂ 20-25 ਸਾਲ ਜੋ ਟੈਕਸ ਰੇਟ ਸਨ, ਵਾਈ देयर वाज ਅਵੋਇਡੈਂਸ ਆਫ ਟੈਕਸ ਬਿਕੋਜ਼ ਆਫ ਹਾਈ ਟੈਕਸ ਰੇਟਸ, ਤੇ ਇਟ ਵਿਲ ਰਿਡਿਊਸ ਦੀ ਕਲੈਕਸ਼ਨ ਆਫ ਟੈਕਸ। that is also one economic theory. Let me take you back where you want to reach. You are perhaps talking about late 70s where there used to be up to 97 or 98% tax if you are earning beyond a particular level. Now that created a lot of black money. Now those days creation of black money was possible because data tracking was very difficult. Today data tracking has been made very simple, and let me inform you, your income tax officer, your assessing officer would have all details. ਤਾਂ ਅੱਜ ਬਲੈਕ ਮਨੀ ਜਨਰੇਟ ਕਰਨਾ ਕਹਿਣਾ ਆਸਾਨ ਹੈ, ਕਰਨਾ ਔਖਾ ਹੈ, ਕਿਉਂਕਿ ਕੰਪਿਊਟਰਾਈਜੇਸ਼ਨ, ਕਨੈਕਟੀਵਿਟੀ, ਨੈਟਵਰਕਿੰਗ ਕਰਕੇ ਜਿਹੜਾ ਹੈ ਲੋਕ ਕੋਸ਼ਿਸ਼ ਕਰਦੇ ਆ ਕਿ ਸਾਡੀਆਂ ਡਿਟੇਲਸ ਨਾ ਫੜੀਆਂ ਜਾਣ, ਬਟ ਡਿਟੇਲਸ ਪਹੁੰਚ ਜਾਂਦੀਆਂ ਇਨਕਮ ਟੈਕਸ ਕੋਲ। ਤਾਂ ਅੱਜ ਬਲੈਕ ਮਨੀ ਜਨਰੇਟ ਕਰਨਾ, ਅੱਛਾ ਫਿਰ ਕੈਸ਼ ਲੀਡਰਾਂ ਦੇ ਘਰੋਂ ਤੇ ਰਿਸ਼ਤੇਦਾਰਾਂ ਦੇ ਘਰੋਂ ਮਿਲਦਾ ਪਿਆ। ਲੀਡਰਾਂ ਨੂੰ ਤਾਂ ਹੱਥ ਜੋੜ ਕੇ ਨਮਸਤੇ ਕਰ ਸਕਦਾ ਮੈਂ। ਲੀਡਰਾਂ ਦੇ ਸਾਹਮਣੇ ਜਿਹੜਾ ਹੈ ਕਿਸੇ ਇਕਨੋਮਿਸਟ ਦੀ ਕੋਈ ਚੱਲ ਸਕਦੀ ਹੈ। ਲੀਡਰਾਂ ਨੂੰ ਤਾਂ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ ਪ੍ਰਣਾਮ ਹੈ, ਠੀਕ ਹੈ ਨਾ। ਮੇਰੇ ਵਰਗਾ ਸਧਾਰਨ ਬੰਦਾ ਜਿਹੜਾ ਹੈ ਲੀਡਰਾਂ ਦੇ ਨਾਲ ਟੀਵੀ ਸ਼ੋਅ 'ਚ ਉਹਨਾਂ ਨੂੰ ਦਰਖਾਸਤ ਕਰ ਸਕਦਾ, ਰਿਕੁਐਸਟ ਕਰ ਸਕਦਾ। ਉਹ ਤੋਂ ਬਾਅਦ ਤੁਸੀਂ ਵੀ ਜਾਣਦੇ ਹੋ, ਆਈ ਆਲਸੋ ਨੋ ਕਿ ਮੈਂ ਇੱਥੇ ਜਿਹੜਾ ਹੈ ਮੈਂ ਠੀਕ ਹੈ ਪਲੇਟਫਾਰਮ ਤੇ ਕਿਸੇ ਦੇ ਬਹਿ ਕੇ, ਚੈਨਲ ਤੇ ਬਹਿ ਕੇ ਕੁਝ ਵੀ ਵੱਡੀਆਂ ਵੱਡੀਆਂ ਗੱਲਾਂ ਕਰ ਲਾਂ। ਆਈ ਡੋਂਟ ਹੈਵ ਐਨੀ ਵਿਲ ਔਰ ਸੇ ਦੇਅਰ, ਬਟ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਵਾਸਤੇ ਕੈਸ਼ ਨੂੰ ਕੈਪ ਕਰ ਦਿੱਤਾ ਗਿਆ ਹੈ ਕਿ ਕੈਸ਼ ਦੇ ਨਾਲ ਮੈਂ ਕਿੰਨੀ ਟ੍ਰਾਂਜੈਕਸ਼ਨ ਕਰਦਾ ਉਹਦੇ ਉੱਤੇ ਕੈਪ ਲਾ ਦਿੱਤੀ ਗਈ ਹੈ। ਬਿਯੋਂਡ ਦੈਟ ਆਈ ਐਮ ਨਾਟ ਅਲਾਉਡ ਟੂ ਟ੍ਰਾਂਜੈਕਟ ਇਨ ਕੈਸ਼। Beyond that, आज 3 लाख ਤੋਂ ਵੱਧ ਕੈਸ਼ ਘਰੇ ਵੀ ਨਹੀਂ ਰੱਖਿਆ ਜਾ ਸਕਦਾ। Bring in our other guest. Sorry sir, I am interrupting. ਇਸ point ਤੇ ਮੈਂ ਆਪਣੇ ਦੂਜੇ guest Dr. Ghumman, I will ask him, sir, what are your views on this budget? Because our earlier panelists have announced that it is a visionary budget. What is your view, sir? ਤੁਹਾਡਾ ਕੀ view ਹੈ ਇਸ budget ਬਾਰੇ? ਦੇਖੋ, ਹਰ ਬੰਦੇ ਦਾ ਨਜ਼ਰੀਆ ਵੱਖਰਾ ਵੱਖਰਾ ਹੁੰਦਾ ਹੈ। ਹਰ ਬੰਦਾ ਆਕਾਸ਼ ਜਿੰਦਲ ਨਹੀਂ ਹੈ, ਉਹ ਬਹੁਤ ਉੱਪਰ ਨੇ ਇਨਕਮ ਬ੍ਰੈਕਟ ਵਿੱਚ ਵੀ, ਤੇ ਬਹੁਤ ਵਧੀਆ ਕੰਪਲੈਕਸ ਤੇ ਕੁਝ ਕਲੈਰਿਟੀ, ਕੁਝ ਐਂਬੀਗੁਇਟੀ ਵਾਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। I would definitely like to understand what is the ambiguity, because according to me, I have been quite categorical in what I have said, and I am quite clear in my views and my version. I don't think I have contradicted myself anywhere. ਇਸ ਤਰ੍ਹਾਂ ਹੀ ਸਾਡੀ ਲਰਨਿੰਗ ਵੀ ਹੋਏਗੀ ਤੇ ਜਨਤਾ ਨੂੰ ਵੀ ਫਾਇਦਾ ਹੋਏਗਾ। ਮੈਂ ਦੱਸਦਾ ਜਿੰਦਲ ਸਾਹਿਬ, ਤੁਸੀਂ ਕਾਲੇ ਕੰਨ ਪੈਂਦੇ ਹੋ, ਬੈਠੋ ਬੈਠੋ, ਕੋਈ ਗੱਲ ਨਹੀਂ। ਸਰ I have limited time, my elder brother. ਤੁਸੀਂ ਮੇਰੇ ਵੱਡੇ ਵੀਰ ਹੋ। within 1 or 2 minutes I have to join another channel. So what I would ਤੁਸੀਂ ਜਾਓ, ਅਸੀਂ ਸਰ ਆਪਾਂ ਤੁਹਾਡੇ ਬਾਰੇ ਡਿਸਕਸ਼ਨ ਕਰ ਲਾਂਗੇ, ਤੁਹਾਡੀ ਪਿੱਠ ਪਿੱਛੇ ਕਰ ਲਾਂਗੇ, ਕੋਈ ਗੱਲ ਨਹੀਂ। ਤੁਹਾਡੀ ਐਬਸੈਂਸ ਕਰ ਲਾਂਗੇ, ਪਰ ਤੁਸੀਂ 2 ਮਿੰਟ ਸਰ ਦੇ ਜੇ ਵਿਊ ਸੁਣਦੇ ਜਾਓ, I am sure it will be interesting. ਦੇਖੋ, ਮੈਂ ਵੀ ਬਜਟ ਸਾਰਾ ਸੁਣਿਆ। ਮੈਂ ਵੀ ਇਹੀ ਬਜਟ ਨਹੀਂ, ਮੈਂ ਪਿਛਲੇ 50 ਸਾਲਾਂ ਦੇ ਬਜਟ ਸੁਣ ਰਿਹਾ ਹੈਗਾ। ਨਾ ਤਾਂ ਇੰਪਲੋਇਮੈਂਟ ਗੱਲਾਂ ਨਾਲ ਜਨਰੇਟ ਹੁੰਦੀ ਹੈ, ਨਾ ਡਿਵੈਲਪਮੈਂਟ ਗੱਲਾਂ ਨਾਲ ਹੁੰਦੀ ਹੈ। ਜਿੰਦਲ ਸਾਹਿਬ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਤੇ ਆਪਣੇ ਦੋਸਤਾਂ ਨੂੰ ਵੀ,
ਕਿ ਇਨਵੈਸਟਮੈਂਟ GDP ਰੇਸ਼ੋ ਜਿਹੜਾ ਹੈ ਉਹ ਵਿਕਾਸ ਦਾ ਧੁਰਾ ਹੁੰਦਾ ਤੇ ਉਸ ਤੇ ਵਿਕਾਸ ਨਿਰਭਰ ਕਰਦਾ ਹੈ। ਇਨਵੈਸਟਮੈਂਟ GDP ਰੇਸ਼ੋ ਕਿਸੇ ਵੇਲੇ ਸਾਡਾ ਅੱਜ ਤੋਂ 10 12 15 ਸਾਲ ਪਹਿਲਾਂ 34-35% ਸੀ। 2014 ਚ ਵੀ ਸਾਡਾ ਜਿਹੜਾ ਉਹ 33.6% ਸੀ। ਕਿਉਂਕਿ ਇਹ ਸਰਕਾਰ ਬੜਾ ਸ਼ੌਕ ਨਾਲ 2014-15 ਨੂੰ ਕੰਪੇਅਰ ਕਰਦੇ ਆ, ਪਰ ਕੰਪੇਅਰ ਕਰਨ ਲੱਗੇ ਜਾਂ ਪਿਛਲੇ 70 ਸਾਲਾਂ ਨੂੰ ਕੰਪੇਅਰ ਕਰਦੇ ਨੇ, ਕੰਪੇਅਰ ਕਰਨ ਲੱਗੇ ਇੱਕ ਗੱਲ ਭੁੱਲ ਜਾਂਦੇ ਨੇ ਕਿ ਸਿਰਫ ਉਹ ਚੀਜ਼ਾਂ ਹਾਈਲਾਈਟ ਕਰਦੇ ਨੇ ਜਿਨ੍ਹਾਂ 'ਚ ਇਹਨਾਂ ਨੇ ਕੁਝ ਮੱਲਾਂ ਮਾਰੀਆਂ ਨੇ। ਡਾਕਟਰ ਉਹ ਨਹੀਂ ਇੱਕ ਚੀਜ਼ ਤੇ ਤੁਹਾਡੇ ਕੋਲ ਕਰੈਕਸ਼ਨ ਇੱਕ ਮੈਂ ਚੈੱਕ ਕਰਨਾ ਚਾਹੂੰਗਾ, ਤੁਸੀਂ ਇਨਵੈਸਟਮੈਂਟ ਰੇਸ਼ੋ ਦੀ ਗੱਲ ਕਰਦੇ ਪਏ ਜਾਂ ਸੇਵਿੰਗ ਰੇਟ ਦੀ? ਕਿਉਂਕਿ ਆਈ ਥਿੰਕ ਯੂ ਆਰ ਟਾਕਿੰਗ ਅਬਾਊਟ ਦੀ ਸੇਵਿੰਗਸ ਰੇਟ। ਇੱਕ ਦੋ ਚੀਜ਼ਾਂ ਨੇ, ਇੱਕ ਸੇਵਿੰਗ ਰੇਟ ਹੁੰਦਾ, ਇੱਕ ਇਨਵੈਸਟਮੈਂਟ GDP ਰੇਟ ਹੁੰਦਾ। ਹਾਂਜੀ, ਇਹ ਸੇਵਿੰਗ ਵੀ ਡਿਟਰਮਨ ਕਰਦੀ ਹੈ ਤੁਹਾਡਾ ਇਨਵੈਸਟਮੈਂਟ ਨੂੰ, ਰਾਈਟ, ਕੈਪੀਟਲ ਫਾਰ ਇਨਵੈਸਟਮੈਂਟ, ਠੀਕ ਹੈ, ਸੇਵਿੰਗ ਵੀ ਡਿਟਰਮਨ ਕਰਦੀ। ਇੱਕ ਹੁੰਦਾ ਗ੍ਰੋਸ ਵੈਲਿਊ ਬੋਲੇ, ਦੇ ਵਰ ਰਿਫਲੈਕਟਿਵ ਆਫ ਦੀ ਸੇਵਿੰਗ ਰੇਟ ਇਨ ਇੰਡੀਅਨ ਇਕਨੋਮੀ। ਨਹੀਂ, ਮੈਂ ਇਨਵੈਸਟਮੈਂਟ GDP ਰੇਸ਼ੋ ਦੀ ਗੱਲ ਕਰ ਰਿਹਾ ਮੈਂ। ਔਰ ਇੱਕ ਹੁੰਦਾ ਗ੍ਰੋਸ ਵੈਲਿਊ ਐਡਡ ਈਅਰ ਓਵਰ ਈਅਰ। ਇਹ ਜਿਹੜਾ ਇਹਦੇ ਵਿੱਚ ਕੱਲ ਦਾ ਜਿਹੜਾ ਇਕਨੋਮਿਕ ਸਰਵੇ ਵੀ ਹੈ ਉਹਦੇ ਵਿੱਚ ਵੀ ਆਉਂਦਾ ਹੈ। ਸਾਡਾ 2014 ਤੋਂ ਬਾਅਦ 32% ਦੀ ਹੂਵਰਿੰਗ ਕਰਦਾ ਰਿਹਾ, 1% ਪੁਆਇੰਟ ਜਿਹੜਾ ਥੱਲੇ ਰਿਹਾ। ਨੰਬਰ 1। ਨੰਬਰ 2, ਜਦੋਂ ਇਹਨੂੰ ਪਹਿਲੇ ਨਜ਼ਰੇ ਵੇਖੋ ਬਜਟ ਨੂੰ, ਦੇਖੋ ਮੈਂ ਇੱਕ ਬਜਟ ਨੂੰ ਕਿਸੇ ਨੂੰ ਆਈਸੋਲੇਸ਼ਨ 'ਚ ਨਹੀਂ ਦੇਖਦਾ। ਬਜਟ ਇਜ਼ ਅ ਕੰਟੀਨਿਊਮ। ਇਹ ਤੁਸੀਂ ਆਪ ਹੀ ਸ਼ੁਰੂ 'ਚ ਕਿਹਾ ਸੀ ਕਿ 10ਵਾਂ ਬਜਟ ਹੈ। ਮੈਂ ਆਪਣੇ ਦੋਸਤਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਪਹਿਲਾਂ, ਇਹਨਾਂ ਤੋਂ ਪਹਿਲਾਂ ਇੱਕ ਟਰਮ ਸੀਗੀ ਜੌਬ ਲੈਸ ਗਰੋਥ, ਕਿ ਗਰੋਥ ਵਾਸ ਦੇਅਰ 8-9%, 6%, ਕਿ 20 ਸਾਲ ਸਾਡਾ 6% ਵੀ ਰਿਹਾ। ਗਰੋਥ ਵਾਸ ਦੇਅਰ ਪਰ ਜੌਬਸ ਵਰ ਨਾਟ ਕ੍ਰੀਏਟਡ। ਦੂਸਰਾ ਜਿਹੜਾ ਹੁਣ ਕੀ ਹੋ ਰਿਹਾ, ਉਹ ਜੌਬ ਲੈਸ ਗਰੋਥ ਹੋ ਰਿਹਾ। ਮੈਂ ਤੁਹਾਨੂੰ ਦੋ ਗੱਲਾਂ ਇਹਦੇ ਵਿੱਚ ਸੰਬੰਧ 'ਚ ਦੱਸਣੀਆਂ ਚਾਹਾਂਗਾ ਕਿ ਸਾਡੇ ਕੋਲ NSSO ਸਰਵੇ ਜਿਹੜਾ ਉਹ ਸਾਨੂੰ ਕੁਇੰਟੈਨੀਅਲ ਸਰਵੇ ਜਿਹੜਾ ਵੱਡਾ, ਉਹ ਸਾਨੂੰ ਦੱਸਦਾ ਹੈ ਕਿ ਓਵਰ ਦਾ ਪੀਰੀਅਡ ਆਫ ਟਾਈਮ ਜੌਬਸ ਇੰਪਲੋਇਮੈਂਟ ਦੀ ਕੀ ਸਿਚੁਏਸ਼ਨ ਰਹੀ ਹੈ। 2017 'ਚ ਜਿਹੜਾ ਆਇਆ ਸਾਡੇ ਕੋਲ ਉਹ ਡੇਟਾ, ਉਹ ਸੀਗਾ ਕਿ 6.1% ਅਨਐਮਪਲੋਇਮੈਂਟ ਹੈ, ਔਰ ਯੂਥ ਅਨਐਮਪਲੋਇਮੈਂਟ ਇਸ ਤੋਂ ਵੀ ਵੱਡੀ। ਔਰ ਪਿਛਲੇ 45 ਸਾਲਾਂ 'ਚ ਸਭ ਤੋਂ ਵੱਡਾ। 18 ਤੋਂ ਕੀ ਕੀਤਾ ਗਵਰਨਮੈਂਟ ਨੇ ਕਿ ਜਿਹੜਾ ਪੀਰੀਓਡਿਕ ਲੇਬਰ ਫੋਰਸ ਸਰਵੇ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਸਰਵੇ ਸਾਡਾ ਕੰਪੇਰੇਬਲ ਨਹੀਂ ਹੈ ਜੋ ਪਹਿਲਾ ਡੇਟਾ ਸੀਗਾ। ਸੋ ਇਟ ਮੀਨਸ ਕਿ ਨਾ ਰਹੇਗੀ ਬਾਂਸ ਨਾ ਵਜੇਗੀ ਬਾਂਸਰੀ, ਕਿ ਤੁਹਾਡਾ। ਦੂਸਰਾ ਹੈ ਕਿ ਅੱਜ ਹੀ ਨੀਤੀ ਆਯੋਗ ਦੇ ਮੈਂਬਰ ਡਾਕਟਰ ਮੇਸ਼ਨ, ਉਹਨਾਂ ਦਾ ਇੱਕ ਹਿੰਦੂ 'ਚ ਆਰਟੀਕਲ ਆਇਆ ਹੈਗਾ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇੰਪਲੋਇਮੈਂਟ ਤਾਂ ਜਨਰੇਟ ਹੋਈ ਹੈ ਪਰ ਅਨਐਮਪਲਾਇਡ ਫੋਰਸ ਜਿਹੜੀ ਹੈ, ਨੰਬਰ ਹੈ ਅਨਐਮਪਲਾਇਡ ਦਾ, ਉਹ ਵੱਧ ਗਿਆ ਓਵਰ ਦਾ ਪੀਰੀਅਡ ਆਫ ਟਾਈਮ। ਦੂਜਾ ਉਹਨਾਂ ਦੀ ਵਰੀ ਹੈ ਕਿ ਜਿਹੜਾ ਰੂਰਲ ਏਰੀਆ 'ਚ ਜਾਂ ਉੱਥੇ ਜਿਹੜਾ ਇੰਪਲੋਇਮੈਂਟ ਜਨਰੇਟ ਨਹੀਂ ਹੋ ਰਹੀ। ਇਹ ਦੋਨੋਂ ਚੀਜ਼ਾਂ ਬਹੁਤ ਧਿਆਨ ਨਾਲ ਦੇਖਣ ਦੀ ਲੋੜ ਹੈ। ਆਉਣ ਦਾ ਜੇ ਅਸੀਂ ਪਹਿਲੀ ਨਜ਼ਰੇ ਬਜਟ ਨੂੰ ਦੇਖੀਏ ਤਾਂ ਚਾਰੇ ਪ੍ਰਾਇਓਰਟੀਜ਼ ਕਮਾਲ ਦੀਆਂ ਲੱਗਦੀਆਂ ਨੇ। ਇੱਕ ਹੈ ਪ੍ਰਾਇਓਰਟੀਜ਼ ਕਿ ਗਤੀ ਸ਼ਕਤੀ, ਜਿਹਦੇ ਵਿੱਚ 16 ਮਿਨਿਸਟਰੀਆਂ ਨੂੰ ਇਕੱਠਾ ਕਰਕੇ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਹੈਗਾ, ਅੱਛੀ ਗੱਲ ਹੈ, ਆਨ ਦਾ ਫੇਸ ਆਫ ਬਹੁਤ ਵਧੀਆ ਲੱਗਦਾ। ਔਰ ਕਈ ਵਾਰ ਇਹ ਵੀ ਭੁਲੇਖਾ ਪੈਂਦਾ ਕਿ ਇੰਨੀਆਂ ਮਿਨਿਸਟਰੀਆਂ ਦਾ ਖਰਚਾ ਜਿਹੜਾ ਬਜਟ ਆ ਉਹ ਇਕੱਠਾ ਕਰਕੇ ਬੜਾ ਵੱਡਾ ਲੱਗਦਾ ਹੈ। ਦੂਜਾ ਹੈ ਇਨਕਲੂਸਿਵ ਡਿਵੈਲਪਮੈਂਟ। ਇਨਕਲੂਸਿਵ ਡਿਵੈਲਪਮੈਂਟ ਦੀ, ਜਿਵੇਂ ਪਹਿਲਾਂ ਜਿੰਦਲ ਸਾਹਿਬ ਨੇ ਜੌਬ ਦੀ ਗੱਲ ਕੀਤੀ ਹੈ, ਉਹਦੇ ਵਿੱਚ ਜਾਂ ਉਹਨਾਂ ਨੇ ਚਾਈਨਾ ਦੀ ਗੱਲ ਕੀਤੀ ਸੀ, ਉਹ ਇੱਕ ਗੱਲ ਦੱਸਣੀ ਭੁੱਲ ਗਏ ਕਿ 1980s ਦੇ ਵਿੱਚ ਜਦੋਂ ਉਹਨਾਂ ਦਾ ਗਰੋਥ ਰੇਟ ਡਬਲ ਫਿਗਰ 'ਚ ਹੋਇਆ ਤਾਂ ਉਸ ਤੋਂ ਪਹਿਲਾਂ 20 ਸਾਲ ਉਹਨਾਂ ਨੇ ਐਜੂਕੇਸ਼ਨ, ਸਕਿੱਲ, ਇੰਜੀਨੀਅਰਿੰਗ ਤੇ ਇਨਵੈਸਟਮੈਂਟ ਕੀਤੀ ਸੀ। ਬਿਲਕੁਲ, ਇਹ ਹਿਊਮਨ ਕੈਪੀਟਲ ਨੇ ਉਹ ਟਰਾਂਸਲੇਸ਼ਨ ਲਿਆਂਦੀ ਸੀ, ਨਾ ਕਿ ਉਹਨਾਂ ਦੀ ਸਾਰਾ ਉਹ ਜੋ ਕਹਿ ਰਹੇ ਨੇ ਕਿ ਉਹਨਾਂ ਨੇ ਇਨਫਰਾਸਟ੍ਰਕਚਰ ਉਹ ਕੀਤਾ ਹੈ, ਨੋ ਡਾਊਟ ਇਨ ਦੈਟ। ਪਰ ਜੇ ਤੁਸੀਂ ਉਸ ਤੋਂ ਪਹਿਲਾਂ ਚਾਈਨਾ ਦਾ ਦੇਖੋ ਤਾਂ ਚਾਈਨਾ 'ਚ ਵੀ ਜਿਹੜੀ ਹਿਊਮਨ ਇਨਵੈਸਟਮੈਂਟ ਹੋਈ ਹੈ, ਹਿਊਮਨ ਡਿਵੈਲਪਮੈਂਟ ਦੀ ਇਨਵੈਸਟਮੈਂਟ 'ਚ ਉਹਨੇ ਟਰਾਂਸਫਰਮੇਸ਼ਨ ਲਿਆਂਦੀ ਹੈ। ਜੇ ਤੁਸੀਂ ਈਸਟ ਏਸ਼ੀਅਨ ਇਕਾਨਮੀ ਦੇਖੋ, ਉੱਥੇ ਵੀ। ਇੰਡੀਆ 'ਚ ਵੀ ਜਿਹੜਾ ਹੁਣ ਇਹ ਆਪਾਂ ਬੋਸਟ ਕਰ ਰਹੇ ਨਾ ਕਿ ਸਾਡੇ IT ਬਹੁਤ ਹੈ, ਫਲਾਣਾ ਹੈ, ਉਹ ਇਸੇ ਕਰਕੇ ਹੈ ਕਿ ਅਸੀਂ ਹਿਊਮਨ ਇਨਵੈਸਟਮੈਂਟ ਕੀਤੀ ਹੈ। ਪਰ ਜੇ ਆਪਾਂ ਕਹੀਏ ਕਿ ਇਨਕਲੂਸਿਵ ਡਿਵੈਲਪਮੈਂਟ ਹੋ ਰਹੀ ਹੈ, ਉਹ ਨਹੀਂ ਹੋ ਰਹੀ।
ਈਵਨ ਜਿਹੜਾ 2011ਵੀਂ ਤੇ 12ਵੀਂ ਸਾਡੀ 5 ਈਅਰ ਪਲਾਨ, ਹੁਣ ਤਾਂ ਪਲਾਨਸ ਦਾ ਆਪਾਂ ਭੋਗ ਪਾ ਦਿੱਤਾ, ਉਹਦੇ ਵਿੱਚ ਵੀ ਜਿਹੜਾ ਉਸ ਵੇਲੇ ਮੌਂਟੇਕ ਸਿੰਘ ਆਹਲੂਵਾਲੀਆ ਨੇ ਮੰਨਿਆ ਸੀ ਕਿ ਸਾਡਾ ਇਨਕਲੂਸਿਵ ਡਿਵੈਲਪਮੈਂਟ ਤੇ ਅਸੀਂ ਉਹਨੇ ਕਾਮਯਾਬ ਨਹੀਂ ਹੋਏ। ਹੁਣ ਉਹਦਾ ਵੀ ਰੀਜ਼ਨ ਕੀ ਆ? ਦੇਖੋ ਸਰਕਾਰਾਂ ਚੱਲਦੀਆਂ ਵੋਟਾਂ ਨਾਲ, ਵਾਈ ਗਵਰਨਮੈਂਟ ਮਿਸਿਸ ਆਊਟ ਔਨ ਇਨਕਲੂਸਿਵ ਡਿਵੈਲਪਮੈਂਟ? ਕਿ ਹਰ ਵਾਰੀ ਇਹ ਮੈਂ ਹਮੇਸ਼ਾ ਤੋਂ ਸੁਣਦਾ ਆ ਰਿਹਾ ਫॉर एजेस ਕਿ ਇਨਕਲੂਸਿਵ ਡਿਵੈਲਪਮੈਂਟ ਨਹੀਂ ਹੈ, ਸੋਸ਼ਲ ਡਿਵਾਈਡ ਨਾ ਆਵੇ, ਅਨਰੈਸਟ ਨਾ ਆਵੇ। ਤੇ ਸਾਨੂੰ ਕੀ ਚੇਂਜਸ ਸਟਰਕਚਰਲੀ ਫੰਡਾਮੈਂਟਲੀ ਆਪਣੀ ਇਕਨੋਮੀ 'ਚ ਕਰਨ ਦੀ ਲੋੜ ਹੈ ਕਿ ਡਿਵੈਲਪਮੈਂਟ ਇਨਕਲੂਸਿਵ ਹੋਵੇ। ਵੇਖੋ ਸਰ, ਅੱਜ ਇੱਕ ਪਿੰਡ ਦਾ ਮੁੰਡਾ ਕੈਨ ਨਾਟ ਪ੍ਰੋਵਾਈਡ IT ਸਰਵਿਸਿਜ਼, ਸੌਫਟਵੇਅਰ ਡਿਵੈਲਪਮੈਂਟ ਹਰ ਕੋਈ ਉਹ ਨਹੀਂ ਕਰ ਸਕਦਾ, ਉਹਦੇ ਵਿੱਚ ਵੀ ਆਟੋਮੇਸ਼ਨ ਆਈ ਜਾ ਰਹੀ ਆ। ਸੋ ਵਟ ਐਗਰੀਕਲਚਰ ਦਾ GDP 'ਚ ਕੰਟਰੀਬਿਊਸ਼ਨ ਕਿਸੇ ਵੀ ਡਿਵੈਲਪਡ ਇਕਨੋਮੀ ਛੋਟਾ ਛੋਟਾ ਹੋਈ ਜਾਂਦਾ ਹੈ, ਇਨੋਵੇਸ਼ਨ ਬੇਸਡ ਇਕਨੋਮੀ ਬਣਦੀ ਆ। ਮੈਂ ਦੋ ਚੀਜ਼ਾਂ ਦੇ ਬਾਰੇ ਜਾਨਣਾ ਚਾਹੂੰਗਾ, ਇੱਕ ਕਿ ਗਰੋਥ ਨੂੰ ਇਨਕਲੂਸਿਵ ਕਿਵੇਂ ਕੀਤਾ ਜਾਵੇ, ਸੈਕੰਡ ਪਾਰਟ ਮੈਂ ਇਹ ਸਮਝਣਾ ਚਾਹੂੰਗਾ ਕਿ ਜੇ ਬੇਸਿਕਲੀ ਇਕਨੋਮੀ 'ਚ ਅਪ ਡਾਊਨ, ਡਿਪਰੈਸ਼ਨਸ, ਗਰੋਥ ਸਾਈਕਲਸ ਚੱਲਦੇ ਰਹਿੰਦੇ ਨੇ, ਕੀ ਗਵਰਨਮੈਂਟ ਜਿਵੇਂ ਪਿੰਡਾਂ 'ਚ ਮਨਰੇਗਾ ਹੈ, ਇਹੋ ਜਿਹਾ ਅਰਬਨ ਲੋਕਾਂ ਲਈ ਅਰਬਨ ਇੰਪਲੋਇਮੈਂਟ ਗਾਰੰਟੀ ਸਕੀਮ ਨਹੀਂ ਲਿਆ ਸਕਦੀ? ਇਹੋ ਜਿਹੀ ਕੋਈ ਪਾਲਿਸੀ ਨਹੀਂ ਬਣ ਸਕਦੀ? ਦੇਖੋ, ਤੁਸੀਂ ਕੀਤਾ ਕਿ ਪਹਿਲਾ ਸਵਾਲ ਤੁਹਾਡਾ, 2-3 ਸਵਾਲ ਨੇ ਇਹਦੇ ਵਿੱਚ। ਇਨਕਲੂਸਿਵ ਗਰੋਥ ਕਿਵੇਂ ਹੋ ਸਕਦਾ? ਇਨਕਲੂਸਿਵ ਗਰੋਥ ਉਦੋਂ ਹੋਏਗਾ ਜਦੋਂ ਜਿਹੜੇ ਲੋਕ ਨੇ, ਵਰਕਫੋਰਸ ਤੁਹਾਡੀ ਡਿਵੈਲਪਮੈਂਟ 'ਚ ਪਾਰਟਿਸਿਪੇਟ ਕਰੇਗੀ, ਤੇ ਪਾਰਟਿਸਿਪੇਟ ਉਦੋਂ ਕਰੇਗੀ ਜਦੋਂ ਉਹ ਐਮਪਲੋਏਬਿਲਿਟੀ ਹੈ, ਉਹਨਾਂ ਕੋਲ ਸਕਿੱਲ ਹੈ, ਤੇ ਸੈਲਫ ਐਮਪਲੋਇਮੈਂਟ ਜਾਂ ਵੇਜ ਐਮਪਲੋਇਮੈਂਟ ਦੀਆਂ ਓਪਰਚੁਨਿਟੀਜ਼ ਨੇ। ਤੁਹਾਡੀ ਜਿਹੜੀ ਆਟੋਮੇਸ਼ਨ ਹੋ ਰਹੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਰਹੀ ਹੈ, ਸਾਰੀ ਟੈਕਨੋਲੋਜੀ ਹੈ, ਇਹ ਲੇਬਰ ਡਿਸਪਲੇਸਿੰਗ ਹੈ। ਔਰ ਅੱਜ ਵੀ ਅਸੀਂ ਉਸ ਨੂੰ ਸਾਰਾ ਕੁਝ ਉਸ ਤੇ ਹੀ ਐਮਫਸਾਈਜ਼ ਕਰ ਰਹੇ ਹਾਂ। ਇਹ ਨਹੀਂ ਦੇਖ ਰਹੇ ਕਿ ਸਾਡੇ ਕੰਟਰੀ ਦੀ ਕੀ ਲੋੜ ਹੈ, ਸਾਡੇ ਕੰਟਰੀ ਦਾ ਵਰਕਫੋਰਸ, ਲੇਬਰ ਫੋਰਸ ਦਾ ਸਾਈਜ਼ ਕਿੰਨਾ ਵੱਡਾ ਹੈ, ਔਰ ਉਹਨੂੰ ਅਸੀਂ ਇੰਪਲੋਇਮੈਂਟ ਦੇਣੀ ਹੈ। ਜਿਹੜਾ ਤੁਸੀਂ ਪਿੰਡ ਦੇ ਮੁੰਡੇ ਦੀ ਗੱਲ ਕੀਤੀ ਹੈ, ਉਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਕਿਸਮ ਦੀ ਐਜੂਕੇਸ਼ਨ ਆਪਾਂ ਦੇ ਰਹੇ ਹਾਂ, ਉਹਨੂੰ ਰਿਵਿਊ ਕਰਨ ਦੀ ਲੋੜ ਹੈ, ਤੇ ਨਵੀਂ ਐਜੂਕੇਸ਼ਨ ਪਾਲਿਸੀ ਤੋਂ ਮੈਨੂੰ ਇਹ ਉਮੀਦ ਨਹੀਂ ਹੈ। ਇਸ ਕਰਕੇ ਇਨਕਲੂਸਿਵ ਗਰੋਥ 2-3 ਪ੍ਰੀ ਰਿਕੁਇਜ਼ਿਟਸ ਹੁੰਦੀਆਂ ਨੇ। ਇੱਕ ਤਾਂ ਤੁਸੀਂ ਉਹਨੂੰ ਮਾਰਕੀਟ ਓਰੀਐਂਟਡ ਐਜੂਕੇਸ਼ਨ ਜਿਹੜੀ ਹੈ, ਐਮਪਲੋਇਮੈਂਟ ਓਰੀਐਂਟਡ ਐਜੂਕੇਸ਼ਨ, ਸਕਿੱਲ ਦਿਓ, ਐਜੂਕੇਸ਼ਨ ਦਿਓ, ਤੇ ਉਹਦੇ ਲਈ ਫਿਰ ਓਪਰਚੁਨਿਟੀਜ਼ ਕ੍ਰੀਏਟ ਕਰੋ। ਹੁਣ ਤੁਹਾਡਾ ਨਾਨ ਫਾਰਮ ਰੂਰਲ ਸੈਕਟਰ ਜਿਹੜਾ, ਉਹ ਤਾਂ ਗਰੋ ਨਹੀਂ ਕਰ ਰਿਹਾ, ਉੱਥੇ ਪ੍ਰੋਸੈਸਿੰਗ ਨਹੀਂ ਹੋ ਰਹੀ, ਉੱਥੇ ਮੈਨੂਫੈਕਚਰਿੰਗ ਨਹੀਂ ਹੋ ਰਹੀ। ਜਿਹੜੀ ਵੀ ਨਾਨ ਫਾਰਮ ਰੂਰਲ ਇੰਪਲੋਇਮੈਂਟ ਪਿਛਲੇ 30-40 ਸਾਲਾਂ ਤੋਂ ਹੋਈ ਹੈ, ਉਹਦੇ ਵਿੱਚ ਜੌਬਸ ਰੂਰਲ ਏਰੀਆ ਨੂੰ ਉਸ ਤਰ੍ਹਾਂ ਦੀਆਂ ਨਹੀਂ ਮਿਲ ਰਹੀਆਂ, ਰੂਰਲ ਏਰੀਆ ਦੇ ਬੱਚਿਆਂ ਨੂੰ। ਜਾਂ ਦੂਜਾ, ਤੁਹਾਡਾ ਖੇਤੀ ਚੋਂ ਹਰ ਸਾਲ ਲੱਖਾਂ ਲੋਕ ਉਹ ਪੁਸ਼ ਕਰ ਰਹੇ ਨੇ। ਤੀਜਾ ਹੈ ਕਿ ਖੇਤੀ 'ਚ ਜਿਹੜਾ ਈਅਰ ਲੌਂਗ ਇੰਪਲੋਇਮੈਂਟ ਵੀ ਨਹੀਂ ਹੈ। ਸੋ ਇਸੇ ਕਰਕੇ ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਕਿ ਹੁਣ ਤਾਂ 18% ਰਹਿ ਗਿਆ, ਔਰ 46% ਵਰਕਫੋਰਸ ਤੁਹਾਡੀ ਜਿਹੜੀ ਹੈ ਉਹ ਖੇਤੀ 'ਚ ਲੱਗੀ ਹੋਈ ਹੈ। ਇਹਦਾ ਮਤਲਬ 46% ਵਰਕਫੋਰਸ 17-18% ਤੁਹਾਡੀ ਆਮਦਨ ਜਿਹੜੀ ਹੈ ਉਹਨੂੰ ਸ਼ੇਅਰ ਕਰ ਰਹੀ ਹੈ, ਔਰ ਉਹੀ ਐਗਰੀਰੀਅਨ ਕ੍ਰਾਈਸਿਸ ਹੈ। ਇਹੋ ਸਰ ਮੇਰੀ ਵਰੀ ਹੈ, ਜਾਂ ਤੇ ਆਪਾਂ ਵੈਲਿਊ ਐਡੀਸ਼ਨ ਉਹ 'ਚ ਸ਼ੁਰੂ ਕਰੀਏ। ਹਾਂ, ਬਿਲਕੁਲ ਬਿਲਕੁਲ, ਇਹੀ ਚੀਜ਼ ਫੋਕਸ ਕਰਨ ਦੀ ਲੋੜ ਹੈ। ਤੇ ਇਸੇ ਕਰਕੇ ਤੁਹਾਡਾ 2017-18 ਦਾ ਜਿਹੜਾ ਕੰਜੰਪਸ਼ਨ ਦਾ ਡੇਟਾ ਹੈ, ਉਹਦੇ ਬਾਰੇ ਬਹੁਤ ਰੌਲਾ ਪਿਆ ਸੀ ਕਿ ਕੰਜੰਪਸ਼ਨ ਡੇਟਾ ਗਵਰਨਮੈਂਟ ਨੇ ਪਬਲਿਕ ਨਹੀਂ ਕੀਤਾ, ਤੇ ਨਾ ਹੀ ਇਹਨਾਂ ਨੇ ਪਹਿਲਾਂ ਇੰਪਲੋਇਮੈਂਟ ਕੀਤਾ। ਰੌਲਾ ਪਾਉਣ ਤੋਂ ਬਾਅਦ ਇਹ ਹੋਇਆ। ਤੇ ਜਿਹੜਾ ਤੁਹਾਡਾ ਡਿਮਾਂਡ ਸ਼ਰਿੰਕ ਕਰਨ ਵਾਲਾ ਹੈ, ਉਹ ਕੋਵਿਡ ਤੋਂ ਪਹਿਲਾਂ ਹੀ 2 ਸਾਲ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਲਾਰਜਰ ਸੈਕਸ਼ਨਸ ਕੋਲ ਪਰਚੇਜਿੰਗ ਪਾਵਰ ਹੈ ਨਹੀਂ ਗੀ। ਸੋ ਵਟ ਵੀ ਨੀਡ, ਜੇ ਆਪਾਂ ਕੇਂਜੀਅਨ ਇਫੈਕਟਿਵ ਡਿਮਾਂਡ ਦੀ ਵੀ ਗੱਲ ਕਰੀਏ, ਐਗਰੀਗੇਟ ਡਿਮਾਂਡ ਦੀ ਵੀ ਗੱਲ ਕਰੀਏ, ਤਾਂ ਸਾਨੂੰ ਇਹ ਲੱਗਦਾ ਹੈ ਕਿ ਜੇ ਭਾਈ ਐਗਰੀਗੇਟ ਡਿਮਾਂਡ ਵਧਾਉਣੀ ਹੈ, ਤਾਂ ਲੋਕਾਂ ਕੋਲ ਪੈਸਾ ਜਾਣਾ ਜ਼ਰੂਰੀ ਹੈ। ਉਹਦੇ 2 ਸਾਧਨ, ਜਾਂ ਤਾਂ ਲੋਕਾਂ ਨੂੰ ਡਿਵੈਲਪਮੈਂਟ 'ਚ ਪਾਰਟਨਰ ਬਣਾ ਲਓ, ਜਾਂ ਫਿਰ ਡਿਸਟ੍ਰੀਬਿਊਟਿਵ ਸਿਸਟਮ ਆਪਣਾ ਠੀਕ ਕਰ ਲਓ। ਉਹ ਡਿਸਟ੍ਰੀਬਿਊਟਿਵ ਜੇ ਇਹ ਆਈਡੀਆ ਕਿ ਜਿਵੇਂ ਆਪਾਂ ਮਨਰੇਗਾ ਕਰਦੇ ਪਏ ਆ, ਇਟ ਪ੍ਰੋਵਾਈਡਸ ਰੀਜ਼ਨੇਬਲ ਇੰਪਲੋਇਮੈਂਟ ਟੂ, ਮੈਂ ਆ ਰਿਹਾ ਸਰਟਨ ਗਾਰੰਟੀ ਦਿੰਦਾ ਹੈ, ਤੇ ਅਰਬਨ ਲੈਵਲ ਤੇ ਕਿਉਂ ਨਹੀਂ? ਹੁਣ ਇੰਨੇ ਸਰ ਸ਼ਾਪਸ ਬੰਦ ਹੋਈਆਂ, ਛੋਟੇ ਛੋਟੇ ਰੈਸਟੋਰੈਂਟ, ਮਾਈਕਰੋ ਇੰਡਸਟਰੀ ਹੈ, ਉਹਨਾਂ ਲੋਕਾਂ ਦੇ ਲਈ ਤੇ ਇੱਕ ਆਪਾਂ ਇਹੋ ਜਿਹੀ ਸਕੀਮ ਲਿਆ ਸਕਦੇ। ਮੈਂ ਇੱਥੇ ਹੀ ਆ ਰਿਹਾ, ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਨਾਲ ਕਿ ਅਰਬਨ ਜਿਹੜਾ ਜੌਬ ਗਰੰਟੀ ਵੀ ਹੋਣੀ ਚਾਹੀਦੀ ਹੈ। ਅਰਬਨ ਮਨਰੇਗਾ ਕਹਿ ਦੋ ਉਹਨੂੰ ਸਰ, ਅਰਬਨ ਮਨਰੇਗਾ ਕਹਿ ਦੋ, ਉਹ ਹੋਣਾ ਚਾਹੀਦਾ। ਮੈਂ ਪਹਿਲਾਂ ਇਹ ਸਖਤ ਹੈ, ਪਹਿਲਾਂ ਵੀ, ਅੱਜ ਨਹੀਂ ਕਿ ਮੈਂ ਕਿਹਾ, ਪਹਿਲਾਂ ਵੀ ਕਹਿ ਰਿਹਾ ਹੈਗਾ। ਪਰ ਆਲਮ ਇਹ ਹੈ ਅੱਜ ਦਾ ਕਿ ਅੱਜ ਦੇ ਬਜਟ ਵਿੱਚ ਮਨਰੇਗਾ ਦਾ ਕਿਤੇ ਨਾਂ ਨਹੀਂ ਲਿਆ ਗਿਆ, ਕੋਈ ਇੱਕ ਨਵਾਂ ਪੈਸਾ ਮਨਰੇਗਾ 'ਚ ਨਹੀਂ ਵਧਾਇਆ ਗਿਆ। ਠੀਕ ਹੈ, ਸੋ
ਇਹ ਇੱਕ ਪਾਸੇ ਤਾਂ ਜਿਹੜਾ ਆਲਰੇਡੀ ਸਕੀਮ ਚੱਲ ਰਹੀ ਉਹਦਾ ਕੋਈ ਨਾ ਤੁਸੀਂ ਜਿਹੜੀ ਕਹਿ ਰਹੇ ਹੋ ਕਿ ਅਰਬਨ ਅਨਐਮਪਲੋਇਮੈਂਟ ਸਲਮਸ ਬਹੁਤ ਜ਼ਿਆਦਾ ਨੇ, ਉੱਥੇ ਵੀ ਜੌਬਸ ਦੀ ਲੋੜ ਹੈ ਤੇ ਉੱਥੇ ਵੀ ਇਸ ਕਿਸਮ ਦਾ ਗਰੰਟੀਡ ਏਮਪਲੋਇਮੈਂਟ ਜਿਹੜੀ ਹੈ ਉਹ ਸ਼ੁਰੂ ਕਰਨ ਦੀ ਲੋੜ ਹੈ। ਔਰ ਨਾਰ ਮਨਰੇਗਾ ਨੂੰ ਜਿਵੇਂ ਖੇਤੀ 'ਚ ਬਹੁਤ ਸਕੋਪ ਹੈ ਜੋੜਨ ਦਾ ਕਿ ਜਿਹੜਾ ਰੂਰਲ ਇਕਾਨਮੀ 'ਚ 5 ਏਕੜ ਤੱਕ ਦਾ ਕਿਸਾਨ ਉਹ ਆਪਣੇ ਖੇਤੇ ਵੀ ਕਰ ਸਕਦਾ, ਹੋਰ ਬਹੁਤ ਕੁਝ ਕੰਸੋਲੀਡੇਟ ਕਰਕੇ ਅਸੀਂ ਐਸਟ ਵੀ ਕ੍ਰੀਏਟ ਕਰ ਸਕਦੇ ਹਾਂ। ਇਸ ਦੀ ਪ੍ਰੋਪਰ ਮੋਨੀਟਰਿੰਗ ਦੀ ਵੀ ਲੋੜ ਹੈ ਤੇ ਐਲੋਕੇਸ਼ਨ ਵੱਧ ਕਰਨ ਦੀ ਵੀ ਲੋੜ ਹੈ ਤੇ ਨਾਲ ਹੀ ਜਿਹੜਾ ਅਰਬਨ, ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਨਾਲ, ਸੋ ਅਰਬਨ ਗਰੋਥ ਵਾਸਤੇ ਵੀ ਇਹ ਜ਼ਰੂਰੀ ਹੈ ਕਿ ਇਸ ਕਿਸਮ ਦੀ ਰਾਈਟ ਟੂ ਏਮਪਲੋਇਮੈਂਟ ਜਿਹੜੀ ਸਕੀਮ ਹੈ ਉਹ ਲਿਆਂਦੀ ਜਾਵੇ। ਸੋ ਇਹ ਜਿਹੜਾ ਜੌਬਲੈਸ ਗਰੋਥ ਹੈ, ਜਿੰਨਾ ਚਿਰ ਤੱਕ ਅਸੀਂ ਇਹਨੂੰ ਐਡਰੈਸ ਨਹੀਂ ਕਰਦੇ ਉਹਨਾਂ ਚਿਰ ਹਿੰਦੁਸਤਾਨ ਦਾ ਪਾਰ ਉਤਾਰਾ ਨਹੀਂ ਹੋਣਾ, ਕਿਉਂਕਿ ਬਹੁਤ ਵੱਡੀ ਵਰਕਫੋਰਸ ਹੈ ਜਿਹੜੀ, ਔਰ ਇਸ ਦੇ ਨਾਲ ਵਰਕਿੰਗ ਪੂਅਰਸ ਦਾ ਨੰਬਰ ਬਹੁਤ ਹੈ ਕਿ ਬੰਦਾ ਐਮਪਲਾਇਡ ਹੈ ਪਰ ਗਰੀਬ ਹੈ ਜਾਂ ਗਰੀਬੀ ਦੀ ਰੇਖਾ ਤੋਂ ਥੱਲੇ। ਫਿਰ ਮਲਟੀ ਪ੍ਰੋਂਗ ਜਾਂ ਮਲਟੀ ਡਾਇਮੈਂਸ਼ਨਲ ਪਾਵਰਟੀ ਬਹੁਤ ਜ਼ਿਆਦਾ ਹੈ। ਉਹ ਤੁਸੀਂ ਐਡਰੈਸ ਜਿੰਨਾ ਚਿਰ ਨਹੀਂ ਕਰੋਗੇ ਉਹਨਾਂ ਚਿਰ ਤੱਕ ਤੁਸੀਂ ਜਿਹੜਾ ਇਕਾਨਮੀ ਦੀ ਡਿਮਾਂਡ ਦਾ ਸਾਈਜ਼ ਹੈ ਉਹ ਨਹੀਂ ਵਧਾ ਸਕਦੇ। ਜਿੰਦਲ ਸਾਹਿਬ ਨੇ ਇੱਕ ਬੜੀ ਅੱਛੀ ਗੱਲ ਕੀਤੀ ਸੀ ਕਿ ਸੁਪਰ ਰਿਚ ਤੇ ਟੈਕਸ ਲਾਓ, ਪਰ ਆਪਾਂ ਤਾਂ ਸੁਪਰ ਰਿਚ ਤੇ ਪਹਿਲਾਂ 30% ਤੋਂ ਕੰਪਨੀਆਂ ਤੇ ਕਾਰਪੋਰੇਟ ਟੈਕਸ ਜਿਹੜਾ ਉਹ 25% ਕਰ ਦਿੱਤਾ। ਉਹ ਸਰਟਨ ਸਾਈਜ਼ ਤੱਕ ਦੀਆਂ ਕੰਪਨੀਆਂ ਤੇ ਸਰ, ਆਹੋ ਕਰ ਦਿੱਤਾ ਨਾ, ਕੰਪਨੀਆਂ ਨੂੰ ਗਰੋ ਕਰਨ ਲਈ ਸਰ, ਤਾਂ ਕਿ ਉਹ ਏਮਪਲੋਇਮੈਂਟ ਜ਼ਿਆਦਾ ਦੇਣ। ਉਹ ਜੇ ਉਹਦਾ ਦਾ ਦੇਖਿਆ ਜਾਵੇ ਤੇ ਹੋਇਆ ਨਹੀਂ ਨਾ। ਆਪਾਂ ਕੀ ਕਰ ਰਹੇ ਹਾਂ ਕਿ ਜਿਹੜੇ MSME ਹੈ ਉਹ ਸਾਡੀਆਂ ਮਰ ਰਹੀਆਂ ਨੇ। ਜੇ ਹਿੰਦੁਸਤਾਨ ਦੇ ਲੈਵਲ ਤੇ ਦੇਖੋ ਤੇ ਤੁਹਾਡਾ 45% ਸ਼ੇਅਰ ਇਨਫਾਰਮਲ ਸੈਕਟਰ ਦਾ, ਜੇ ਪੰਜਾਬ ਦੇ ਲੈਵਲ ਤੇ ਦੇਖੋ ਤਾਂ 15.65 ਲੱਖ ਤੁਹਾਡੀਆਂ ਮਾਈਕਰੋ ਯੂਨਿਟਸ ਨੇ, 15.54 ਲੱਖ ਮਾਈਕਰੋ ਨੇ। ਉਹਨਾਂ ਦਾ ਜਿਹੜਾ ਜਿੰਨਾ ਚਿਰ ਤੱਕ, ਔਰ ਉਹ ਐਵਰੇਜ 2 ਬੰਦਿਆਂ ਨੂੰ ਇੰਪਲਾਈ ਕਰ ਰਹੇ ਨੇ, ਜਿੰਨਾ ਚਿਰ ਤੱਕ ਤੁਸੀਂ ਉਹ ਰੇਜ਼ ਨਹੀਂ ਕਰਦੇ, ਉਹਨਾਂ ਨੂੰ ਜਿਹੜੀਆਂ ਬੋਟਲਨੈਕਸ ਦੂਰ ਨਹੀਂ ਕਰਦੇ ਜਾਂ ਉਹਨਾਂ ਨੂੰ ਐਗਜ਼ਿਲਰੀ ਇੰਡਸਟਰੀਲਾਈਜੇਸ਼ਨ ਨਾਲ ਜੋੜਦੇ ਨਹੀਂ, ਉਹ ਉਸ ਕਿਸਮ ਨਾਲ ਨਾ ਤਾਂ ਇੰਪਲੋਇਮੈਂਟ ਜਨਰੇਟ ਹੋ ਰਹੀ ਹੈ, ਨਾ ਉਹਨਾਂ ਕੋਲ ਪੈਸਾ ਜਾ ਰਿਹਾ। ਗੁਮਨ ਸਾਹਿਬ, ਮੈਂ ਥੋੜਾ ਨਾ ਹੋਰ ਵੱਡੀਆਂ ਬੇਸਿਕ ਗਲੋਬਲ ਫੋਰਸਸ ਦੇ ਬਾਰੇ ਗੱਲ ਕਰਨਾ ਚਾਹਨਾ ਹੈ। ਜੀ ਆਟੋਮੇਸ਼ਨ ਨੂੰ ਅਸੀਂ ਰੋਕ ਨਹੀਂ ਸਕਦੇ, AI ਨੂੰ ਅਸੀਂ ਰੋਕ ਨਹੀਂ ਸਕਦੇ, ਅਸੀਂ ਜੋ ਮਰਜ਼ੀ ਕਰਦੇ ਰਹੀਏ, ਵੀ ਕਾਂਟ ਬੀ ਅ ਕਲੋਜ਼ਡ ਇਕਨੋਮੀ ਨਾਓ, ਨੋ, ਹੈ ਨਾ। ਤੇ ਪਰ ਜਿਹੜਾ ਪਰ ਬਿਲੀਅਨ ਮੈਂ ਕਹਾਂ ਕਿ ਜਿਹੜੀ ਵੈਲਿਊ ਐਡੀਸ਼ਨ ਹੈ ਉਹਦੇ 'ਚ ਜਿਹੜੀ ਇੰਪਲੋਇਮੈਂਟ ਹੈ ਉਹ ਬਦਲ ਗਈ ਆ। ਮੈਂ ਇੱਕ ਡਾਟਾ ਵੇਖ ਰਿਹਾ ਪਿਆ ਸੀ, ਅੱਜ ਤੋਂ 20-25 ਸਾਲ ਪਹਿਲਾਂ ਜਿਹੜੇ ਬਿਗੇਸਟ ਕੰਪਨੀ ਸੀ, ਕੁਝ ਕਾਰ ਕੰਪਨੀਆਂ ਸੀ ਜਿਨ੍ਹਾਂ ਦੀ ਮਾਰਕੀਟ ਵੈਲਿਊਏਸ਼ਨ $35 ਬਿਲੀਅਨ $50 ਬਿਲੀਅਨ ਇਸ ਰੇਂਜ 'ਚ ਸੀ, ਤੇ ਉਹਨਾਂ ਕੋਲ 10-10 ਲੱਖ ਲੋਕੀ ਇੰਪਲੋਇਡ ਸਨ। ਅੱਜ ਜਿਹੜੀਆਂ ਟੌਪ 3 ਟ੍ਰਿਲੀਅਨ ਡਾਲਰ ਵੈਲਿਊਏਸ਼ਨ ਦੀਆਂ ਵੀ ਕੰਪਨੀਆਂ ਨੇ, ਪਰ ਉਹਨਾਂ ਕੋਲ ਵੀ ਇੰਪਲੋਈ ਇੰਨੇ ਨਹੀਂ ਨੇ। ਇਹਦਾ ਮਤਲਬ ਹੈ ਕਿ ਆਟੋਮੇਸ਼ਨ ਨੂੰ ਇੱਕ ਏਡੀ ਵੱਡੀ ਪਾਵਰਫੁਲ ਫੋਰਸ ਹੈ, ਆਪਾਂ ਆਰਟੀਫਿਸ਼ਲੀ ਉਹਨੂੰ ਨਹੀਂ ਰੋਕ ਸਕਦੇ। ਤੇ ਯੂਨੀਵਰਸਲ ਇਨਕਮ ਸਕੀਮ ਕੀ ਫਿਊਚਰ ਨਹੀਂ ਹੈ ਜਿਹੜੀ ਆਪਾਂ ਇੱਕ ਬੇਸਿਕ ਗਾਰੰਟੀ ਤੇ ਉਹਨਾਂ ਨੂੰ ਡਿਪਲੋਏ ਕਰਨਾ, ਜਿਵੇਂ ਆਰਗੈਨਿਕ ਖੇਤੀ ਬਾਰੇ ਗੱਲ ਹੋਈ ਆ, ਇਟ ਕਾਂਟ ਬੀ ਆਟੋਮੇਟਿਡ ਟੂ ਦੈਟ ਲੈਵਲ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਕੀ ਕੰਮ ਨਹੀਂ ਆਉਣਗੀਆਂ। ਤੇ ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈ, ਜਿਹੜੀ ਆਪਾਂ ਸਿਵਲ ਸਰਵਿਸਿਜ਼ ਦੇਣੀ ਹੈ, ਦੈਟ ਕ੍ਰੀਏਟਸ ਇੰਪਲੋਇਮੈਂਟ। ਜਿਹੜਾ ਆਪਣੀ ਸਵੱਛ ਭਾਰਤ ਸਕੀਮ ਸੀ, ਇਟ ਗੇਵ ਡਾਇਰੈਕਟ ਇੰਪਲੋਇਮੈਂਟ ਟੂ 75 ਲੱਖ ਪੀਪਲ। ਤੇ ਇਹ ਸਾਰੀਆਂ ਪਾਲਿਸੀਜ਼ ਜੋ ਹੋ ਰਹੀਆਂ ਨੇ, why it is not showing with lot of economists and with opposition also? ਨਹੀਂ, ਇਹਦਾ ਕਾਰਨ ਇਹ ਹੈ ਕਿ ਤੁਹਾਡੇ ਜਿੰਨੀਆਂ ਸਕੀਮਾਂ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਦੀ ਬਹੁਤ ਸੀਰੀਅਸ ਪ੍ਰੋਬਲਮ ਆ। ਇਹ ਰਘੂਰਾਮ ਰਾਜਨ ਨੇ ਵੀ ਕਿਹਾ ਸੀ, ਉਹਨੂੰ ਕਿਹਾ ਸੀ ਕਿ 3 ਚੀਜ਼ਾਂ ਕੀ ਪ੍ਰੋਬਲਮਸ ਨੇ। ਉਹਨੇ 3 ਵਾਰੀ ਕਿਹਾ ਕਿ ਇੰਪਲੀਮੈਂਟੇਸ਼ਨ ਬਹੁਤ ਸਾਰਾ ਜਿਹੜਾ ਜੋ ਅਸੀਂ ਕਾਗਜ਼ ਤੇ ਉਹ ਲਿਖਦੇ ਹਾਂ ਤੇ ਜੋ ਔਨ ਗਰਾਊਂਡ ਇੰਪਲੀਮੈਂਟੇਸ਼ਨ ਉਹਦੇ ਚ ਗੈਪ ਹੈ ਬਹੁਤ ਵੱਡਾ, ਔਰ ਪਿਲਫਰੇਜ ਬਹੁਤ ਜ਼ਿਆਦਾ ਇਹਦੇ ਵਿੱਚ ਇਹਨਾਂ ਸਕੀਮਾਂ 'ਚ ਹੋ ਰਹੀ ਹੈ, ਜਿਹੜਾ ਕਿ ਚੈੱਕ ਕਰਨ ਦੀ ਲੋੜ ਹੈ। ਮੈਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹ ਨਹੀਂ ਹੋ ਰਿਹਾ ਜਾਂ ਇੰਪਲੋਇਮੈਂਟ ਜਨਰੇਟ ਕਿਵੇਂ ਹੋ ਰਹੀ ਹੈ ਜਾਂ ਆਟੋਮੇਸ਼ਨ ਨੂੰ ਅਸੀਂ ਨਹੀਂ ਰੋਕ ਸਕਦੇ, ਐਗਰੀਡ ਕਿ ਨਹੀਂ ਰੋਕ ਸਕਦੇ, ਪਰ ਆਟੋਮੇਸ਼ਨ ਨੂੰ ਇੱਕ ਲੈਵਲ ਤੇ ਜਿੱਥੇ ਸਾਡਾ ਗਲੋਬਲ ਕੰਪੀਟੀਸ਼ਨ ਨਹੀਂ ਹੈ ਉੱਥੇ ਤਾਂ ਅਸੀਂ ਰੀਜ਼ਨੇਬਲੀ ਚੈੱਕ ਕਰ ਸਕਦੇ ਹਾਂ ਨਾ, ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ। ਜਿੱਥੇ ਗਲੋਬਲ ਕੰਪੀਟੀਸ਼ਨ ਆ ਉੱਥੇ ਤੁਸੀਂ, ਕਿਉਂਕਿ ਨੋ ਇਟਸ ਓਪਨ ਵਰਲਡ, WTO ਤੋਂ ਬਾਅਦ ਤਾਂ ਕੋਈ ਰਿਸਟ੍ਰਿਕਸ਼ਨਸ ਨਹੀਂ ਤੁਹਾਡੀਆਂ ਰਹੀਆਂ। ਹੁਣ ਅਸੀਂ ਫੋਰਨ ਯੂਨੀਵਰਸਿਟੀਆਂ ਵੀ ਲਿਆ ਰਹੇ ਹਾਂ। ਤੇ ਜਿਹੜਾ ਇੱਕ ਮੈਂ ਪਿਛਲੇ ਸਮੇਂ 'ਚ ਮੇਰਾ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ 'ਚ ਕਾਫੀ ਸਪੈਸ਼ਲ ਆਰਟੀਕਲ 2021 16 ਅਕਤੂਬਰ ਨੂੰ ਛਪਿਆ ਸੀ। ਮੈਂ 182 ਕੰਟਰੀਜ਼ ਦੀ 30 ਸਾਲਾਂ ਦਾ ਡੇਟਾ ਲੈ ਕੇ ਅਨਐਮਪਲੋਇਮੈਂਟ ਤੇ ਇਨਇਕੁਐਲਿਟੀ ਤੇ ਜਿਹੜਾ ਉਹ ਕੀਤਾ ਸੀਗਾ ਸਟੱਡੀ। ਉਹ
ਉਹ ਜਿਹੜਾ ਡੇਟਾ ਸ਼ੋ ਕਰ ਰਿਹਾ ਕਿ 30 ਸਾਲਾਂ ਦੇ ਵਿੱਚ 1991 ਤੋਂ ਲੈ ਕੇ 2019 ਤੱਕ ਉਹ ਡੇਟਾ ਤੁਹਾਡਾ ਸ਼ੋ ਕਰ ਰਿਹਾ ਕਿ ਅਨਐਮਪਲੋਇਮੈਂਟ ਬਹੁਤ ਸਾਰੇ ਕੰਟਰੀ 'ਚ ਵਧੀ ਹੈ ਜਾਂ ਘਟੀ ਤੇ ਕਿਸੇ 'ਚ ਵੀ ਨਹੀਂ ਹੈ। ਦੂਜਾ ਇਨਇਕੁਐਲਿਟੀ ਵਧੀਆ, ਔਰ ਸਾਡੇ ਜਿਹੜੇ ਇਕਨੋਮਿਕ ਥਿਊਰੀ ਆ ਉਹ ਇਹ ਕਹਿ ਰਹੀ ਕਿ 27% ਤੋਂ ਜੇ ਥੱਲੇ ਇਨਇਕੁਐਲਿਟੀ ਤਾਂ ਉਹ ਗਰੋਥ ਡਿਵੈਲਪਮੈਂਟ ਨੂੰ ਹੈਲਪ ਕਰਦੀ ਹੈ, ਜੇ 27% ਤੋਂ ਉੱਪਰ ਹੈ ਤੇ ਗਰੋਥ ਡਿਵੈਲਪਮੈਂਟ ਨੂੰ ਉਹ ਨੁਕਸਾਨ ਪਹੁੰਚਾਉਂਦੀ ਹੈ। ਇਹ ਸਾਡਾ ਜਿਹੜਾ ਕੰਟਰੀ ਹੈ ਤੇ ਬਾਕੀ ਬਹੁਤ ਸਾਰੇ ਕੰਟਰੀ ਨਾਲ ਲਗਾਤਾਰ ਇਨਇਕੁਐਲਿਟੀ ਵੱਧ ਰਹੀ ਹੈ। ਇਸੇ ਲਈ ਜਿਹੜਾ ਇਨਇਕੁਐਲਿਟੀ ਘਟਾਉਣ ਲਈ ਜਾਂ ਤੇ ਜਿਹੜੇ ਹੇਠਲੇ ਲੋਕ ਨੇ ਉਹਨਾਂ ਦਾ ਲੈਵਲ ਰੇਜ਼ ਕਰੋ, ਜਾਂ ਜਿਹੜੇ ਸੁਪਰ ਰਿਚ ਨੇ ਪਿਛਲੇ 1995 ਤੋਂ ਲੈ ਕੇ ਹੁਣ ਤੱਕ ਕੋਈ 30% ਕੰਪਨੀਆਂ ਦੀ ਆਮਦਨ ਵੱਧ ਗਈ ਹੈ, ਔਰ ਸੁਪਰ ਰਿਚ ਜਿਹੜਾ 800,000 ਬੰਦਾ ਉਹਨਾਂ ਦੀ ਤਾਂ ਐਕਸਪੋਨੈਂਸ਼ੀਅਲ ਗਰੋਥ ਹੈ। ਉਹ ਵੀ ਦੇਖਣ ਦੀ ਲੋੜ ਹੈ ਕਿ ਕੀ ਸਰਕਾਰੀ ਪਾਲਿਸੀਆਂ ਉਹਨਾਂ ਲੋਕਾਂ ਨੂੰ ਹੈਲਪ ਕਰ ਰਹੀਆਂ ਨੇ ਜਾਂ ਥੱਲੇ ਵਾਲਿਆਂ ਨੂੰ ਕਰ ਰਹੀਆਂ। ਮੈਂ ਇਹ ਕਹਿਣਾ ਕਿ ਪਾਵਰਟੀ ਐਨੀਵੇਅਰ ਇਜ਼ ਥ੍ਰੈਟ ਟੂ ਪ੍ਰੋਸਪੈਰਿਟੀ ਐਵਰੀਵੇਅਰ। ਇਹ ਜੇ ਇਹ ਨਹੀਂ ਹੁੰਦਾ ਤਾਂ ਇਹ ਬਹੁਤ ਖਤਰਨਾਕ। ਉਹ ਮੈਂ ਕਹਿੰਦਾ ਜਿਹੜਾ ਤੁਹਾਡਾ ਨਿਊ ਲਿਬਰਲ ਮਾਡਲ ਹੈ, ਕੰਜੰਪਸ਼ਨ ਲੈਡ ਗਰੋਥ ਮਾਡਲ ਹੈ ਸਾਰਾ ਹੀ, ਔਰ ਕੰਜੰਪਸ਼ਨ ਲੈਡ ਗਰੋਥ ਮਾਡਲ ਤਾਂ ਸਕਸੈਸ। ਮੈਂ ਕਹਿੰਦਾ ਇਹ ਜਿਹੜਾ ਹੁਣ ਮਾਡਲ ਹੈ ਨਾ ਇਹਦੇ ਇੰਟਰਸਟ ਵਿੱਚ ਵੀ ਹੈ ਕਿ ਕੰਜੰਪਸ਼ਨ ਲੈਡ ਗਰੋਥ ਮਾਡਲ ਜਿਹੜਾ ਇਹ ਜੇ ਮਸ਼ੀਨ ਚਲਾਉਣੀ ਹੈ ਤਾਂ ਲਾਰਜਰ ਪਰਚੇਜਿੰਗ ਪਾਵਰ ਜਿਹੜੀ ਉਹ ਤੁਹਾਨੂੰ ਕਰਨੀ ਪਏਗੀ। ਹੁਣ ਪਰਚੇਜਿੰਗ ਪਾਵਰ ਕਿਵੇਂ ਹੋਏਗੀ? ਜਾਂ ਤਾਂ ਤੁਸੀਂ ਲੋਕਾਂ ਨੂੰ ਡਾਇਰੈਕਟ, ਜਿਵੇਂ ਤੁਸੀਂ ਫਲੋਰ ਇਨਕਮ ਦੀ ਗੱਲ ਕੀਤੀ ਹੈ ਕਿ ਤੁਸੀਂ ਹਰ ਇੱਕ ਫਲੋਰ ਇਨਕਮ, ਆਪਾਂ ਅਮਰੀਕਾ ਕੈਨੇਡਾ ਦੀ ਗੱਲ ਕਰਦੇ, ਉੱਥੇ ਇੱਕ ਮਿਨੀਮਮ ਵੇਜ ਹੈ। ਬਿਲਕੁਲ, ਉਹ ਮਿਨੀਮਮ ਵੇਜ ਤੇ ਆਪਣੇ ਇੱਥੇ ਵੀ ਹੈ, ਆਪਣੇ ਵੀ ਹੈ, ਪਰ ਉਹਦਾ ਜਿਹੜਾ ਲਿੰਕ ਹੈ ਤੁਹਾਡੀ ਲਿਵਿੰਗ ਨਾਲ ਉਹ ਉਸ ਤਰ੍ਹਾਂ ਨਹੀਂ ਹੈ, ਉਹ ਟੇਕ ਕੇਅਰ ਨਹੀਂ ਕਰਦੀ। ਅਸੀਂ ਤਾਂ ਪਾਵਰਟੀ ਲਾਈਨ ਵੀ 32 ਰੁਪਏ ਰੱਖੀ ਹੈ ਬਈ, ਬੰਦੇ ਨੇ ਬੱਚੇ ਵੀ ਪੜ੍ਹਾਣੇ ਆ, ਘਰ ਵੀ ਬਣਾਉਣਾ, ਰੋਟੀ ਵੀ ਖਾਣੀ ਹੈ। 32 ਰੁਪਏ ਸਿਰਫ ਬਾਇਓਲੋਜੀਕਲ ਪਾਵਰਟੀ ਵੀ ਨਹੀਂ ਪੂਰੀ ਕਰਦੀ। ਮੈਂ ਜੇ ਸਿਰਫ ਰੋਟੀ ਦੀ ਗੱਲ ਕਰਾਂ, ਆਈ ਥਿੰਕ ਸਮਵੇਅਰ ਇਨ ਸਮ ਪਲੇਸਿਸ ਉਹ ਵੀ ਨਹੀਂ, ਬਾਇਓਲੋਜੀਕਲ ਪਾਵਰਟੀ ਨਹੀਂ ਪੂਰੀ ਕਰੇਗੀ। ਕੱਪੜੇ, ਮਕਾਨ ਵਗੈਰਾ ਤੇ ਸਭ ਛੱਡ ਹੀ ਦਿਓ, ਜੋ ਅੱਜ ਇੱਕ ਹਿਊਮਨ ਦੀ ਨੀਡ ਹੈਗੀ ਆ ਜਾਂ ਹੋਣੀ ਚਾਹੀਦੀ ਹੈ ਫॉर ਅ ਡਿਗਨੀਫਾਈਡ ਲਾਈਫ। ਮੈਂ ਕਹਿੰਦਾ ਪਾਰਲੀਮੈਂਟ 'ਚ ਜਿਹੜੀਆਂ ਕੰਟੀਨਾਂ ਨੇ, ਉਹ ਜਿਹੀਆਂ ਕੰਟੀਨਾਂ 2-4 ਕਰੋੜ ਖੋਲ ਦਿਓ ਸਾਰੇ ਕੰਟਰੀ 'ਚ, ਤਾਂ ਉਹ ਠੀਕ ਹੈ, ਉਹ ਵੀ ਠੀਕ ਹੋ ਜਾਏਗਾ। ਪਰ ਇਹ ਜਿਹੜਾ ਸਿਲਸਿਲਾ ਹੈ ਨਾ, ਸਾਡੀ ਜਿਹੜੀ ਇਸ ਵੇਲੇ ਪੋਲੀਟੀਕਲ ਲੀਡਰਸ਼ਿਪ ਹੈ, ਜਿਹੜਾ ਤੁਸੀਂ ਇੱਕ ਬਹੁਤ ਇੰਪੋਰਟੈਂਟ ਸਵਾਲ ਕੀਤਾ ਉਹਦੇ ਵਿੱਚ ਰਹਿ ਗਿਆ ਸੀ ਕਿ ਕਿਉਂ ਨਹੀਂ ਹੋ ਰਿਹਾ। ਇਸ ਲਈ ਨਹੀਂ ਹੋ ਰਿਹਾ ਕਿ ਕੰਪੀਟੀਟਿਵ ਪੋਲੀਟੀਕਲ ਪੋਪੂਲਿਜ਼ਮ ਹੋ ਰਿਹਾ। ਜਿਹੜਾ ਇਹ ਕਹਿ ਰਹੇ, ਤੁਸੀਂ ਵੀ ਸ਼ਾਇਦ ਗੱਲ ਕੀਤੀ ਸੀ ਕਿ ਜਾਂ ਜਿੰਦਰ ਸਾਹਿਬ ਨੇ, ਕਿ ਬਜਟ ਜਿਹੜਾ ਨਾ ਫਿਸ਼ ਫੜ ਕੇ ਨਹੀਂ ਦੇ ਰਿਹਾ, ਫਿਸ਼ਿੰਗ ਸਿਖਾ ਰਿਹਾ। ਮੇਰਾ ਇਸ ਨਾਲ ਬਿਲਕੁਲ ਸਹਿਮਤ ਨਹੀਂ ਹੈ। ਇਹ ਸਾਰਾ ਕੁਝ ਤੁਹਾਨੂੰ ਡਿਪੈਂਡੈਂਟ ਬਣਾ ਰਿਹਾ, ਤੁਹਾਨੂੰ ਵੋਟਾਂ ਲੈਣ ਲਈ ਕਰ ਰਿਹਾ, ਤੇ ਵੋਟਾਂ ਲੈਣ ਤੋਂ ਪਹਿਲਾਂ ਐਟੀਟਿਊਡ ਤੇ ਬਾਅਦ ਵਾਲਾ ਐਟੀਟਿਊਡ ਉਹ ਆਲ ਟੂਗੇਦਰ ਡਿਫਰੈਂਟ ਹੁੰਦਾ ਹੈ। ਕੁਮਨ ਸਾਹਿਬ, ਪਿਓਰਲੀ ਫਰੋਮ ਦੀ ਇੰਟੈਲੈਕਚੁਅਲ ਪੁਆਇੰਟ ਆਫ ਵਿਊ, ਤੇ ਇਹ ਦਿਸ ਸਟੇਟਮੈਂਟ ਆਫ ਯੋਰਸ ਮਤਲਬ ਇਹ ਕੰਟਰਾਡਿਕਟਰੀ, ਸੈਲਫ ਕੰਟਰਾਡਿਕਟਰੀ ਬਣ ਰਹੀ ਹੈ ਕਿ ਇੱਕ ਤੁਸੀਂ ਕਹਿ ਰਹੇ ਲੋਕਾਂ ਦੇ ਹੱਥ 'ਚ ਪੈਸੇ ਨਹੀਂ ਹੈ, ਕੰਜ਼ੰਪਸ਼ਨ ਲੈਡ ਇਹ ਉਸ ਪਾਸੇ ਜਾ ਨਹੀਂ ਰਹੇ, ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਡਿਪੈਂਡੈਂਟ ਬਣਾ ਰਿਹਾ। ਹੁਣ ਕੈਪੈਕਸ ਬਿਲਕੁਲ ਨਹੀਂ, ਰਫਲੀ 38% ਦਿੱਤੀ ਹੈ। ਯੂ ਮਾਈਟ ਬੀ ਸੀਇੰਗ 8% ਕੈਪੀਟਲ ਐਕਸਪੈਂਡੀਚਰ 'ਚ ਗਰੋਥ ਬਹੁਤ ਜ਼ਿਆਦਾ ਦਿੱਤੀ ਹੈ ਗਵਰਨਮੈਂਟ ਨੇ। ਦਿੱਤੀ ਹੈ। ਉਹ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਰਾਊਡਿੰਗ ਕਰਾਂਗੇ ਆਪਣਾ ਜਿਹੜਾ ਪ੍ਰਾਈਵੇਟ ਇਨਵੈਸਟਮੈਂਟ, ਕੋਈ, ਪਰ ਜਿਹੜਾ ਬਹੁਤ ਹੋ ਰਿਹਾ ਉਹ ਇਨਵੈਸਟਮੈਂਟ ਕਾਫੀ ਵੱਡਾ ਵਾਧਾ ਕੀਤਾ, ਮੈਨੂੰ ਇਹ ਪਤਾ ਹੈ ਸਾਰਾ। ਪਰ ਜਿਹੜਾ ਤੁਸੀਂ ਕਹਿ ਰਹੇ, ਮੈਂ ਬਿਲਕੁਲ ਕੰਟਰਾਡਿਕਟਰੀ ਸਟੇਟਮੈਂਟ ਨਹੀਂ ਦੇ ਰਿਹਾ। ਮੈਂ ਇਹ ਕਹਿ ਰਿਹਾ ਕਿ ਲੋਕਾਂ ਨੂੰ ਤੁਸੀਂ ਜਿੱਥੇ ਤਾਂ ਅੱਗ ਲੱਗੀ, ਅੱਗ ਬੁਝਾਉਣ ਵਾਲਾ ਸਬਸਿਡੀ ਵੀ ਦਿਓ, ਮੁਫਤ ਵੀ ਦਿਓ, ਸਾਰਾ ਕੁਝ। ਬਿਲਕੁਲ ਸਰ, ਜਿੱਥੇ ਇਮੀਡੀਏਟ ਜ਼ਰੂਰਤ ਹੈ, ਜਿੱਥੇ ਲੋਕਾਂ ਦੇ ਹੱਥ 'ਚ ਪੈਸੇ ਦੇਣ ਦੀ ਲੋੜ ਹੈ, ਦੋ। ਪਰ ਹੁਣ ਮਲਟੀਪਲਾਇਰ ਇਫੈਕਟ ਸਾਡੇ ਹਿਸਾਬ ਨਾਲ ਕਿੱਥੇ ਜ਼ਿਆਦਾ ਆਉਂਦਾ? ਜੇ ਲੈਟਸ ਸੇ ਇਨਕਮ ਟੈਕਸ ਘਟਾ ਦਿੰਦੇ, ਲੋਕਾਂ ਦੇ ਹੱਥ 'ਚ ਜ਼ਿਆਦਾ ਪੈਸਾ ਦੇ ਦਿੰਦੇ, ਦੈਟ ਵੁੱਡ ਹੈਵ ਬੀਨ ਬੈਟਰ। ਜਿਹੜਾ 30% ਇਹਨਾਂ ਨੇ ਕੈਪੈਕਸ ਵਧਾਇਆ, ਦੈਟ ਇਜ਼ ਬੈਟਰ ਫॉर द ਇਕਨੋਮੀ ਇਨ ਦ ਲੌਂਗ ਰਨ। ਤੁਹਾਡਾ ਕੀ ਵਿਊ ਹੈ ਇਸ ਬਾਰੇ? ਲੌਂਗ ਰਨ 'ਚ ਇਹਦਾ ਕੀ ਇੰਪੈਕਟ ਹੋਏਗਾ, ਇਟ ਇਜ਼ ਯੈਟ ਟੂ ਬੀ ਸੀਨ। ਮੈਂ ਕਹਿੰਦਾ ਪਰ ਮੇਰੀ ਪ੍ਰੈਡਿਕਸ਼ਨ ਇਹ ਹੈ ਕਿ ਜਿਸ ਕਿਸਮ ਨਾਲ ਇੱਕ ਬਜਟ ਦਾ ਜਿਹੜਾ ਕੈਪ ਹੈ ਉਹਦੇ ਨਾਲ ਕੋਈ ਗੱਲ ਨਹੀਂ ਬਣਨੀ, ਤੇ ਜੇ ਇਹ ਕੰਟੀਨਿਊਸ ਪਾਲਿਸੀ ਹੁੰਦੀ ਹੈ ਕਿ ਤੁਸੀਂ ਲੌਂਗ ਟਰਮ, ਮੀਡੀਅਮ ਟਰਮ ਪਾਲਿਸੀ ਵੀ ਬਣਾਓ ਨਾ। ਬਜਟ ਇਜ਼ ਜਸਟ 1 ਈਅਰ ਬਜਟ, ਬਿਲਕੁਲ ਹੈ ਨਾ। ਤੁਸੀਂ ਉਹ ਸਾਰੇ ਜਿਹੜਾ ਬਜਟ ਇਹ ਬਹੁਤ ਸ਼ਾਰਟ ਟਰਮ ਹੀ ਨੇ। ਤੁਸੀਂ ਹਰ ਬਜਟ ਨੂੰ ਇੱਕ ਕੰਟੀਨਿਊਸ ਪ੍ਰੋਸੈਸ ਕਰੋ। ਮੈਂ ਪੁੱਛਣਾ ਚਾਹੁੰਦਾ ਕਿ 10 ਸਾਲ ਇਹ ਕਿਉਂ ਨਹੀਂ ਕੀਤਾ ਗਿਆ? ਵਾਈ ਵੇਟ ਫॉर 10 years? ਬਿਲਕੁਲ, ਇੱਕ ਫੰਡਾਮੈਂਟਲ ਸਵਾਲ ਬਣਦਾ ਨਾ, ਬਿਲਕੁਲ, ਕਿ ਇਹ ਕੋਈ ਓਵਰਨਾਈਟ ਥੋੜਾ ਅੱਜ ਵਿਜ਼ਡਮ ਆਈ ਹੈ ਕਿ ਏਦਾਂ ਕਰੋ।
ਇਹ ਸ਼ੁਰੂ ਚ ਕਰਨਾ। ਮੈਂ ਕਹਿੰਦਾ ਹੁਣ ਅਗਲੇ ਕਰਕੇ ਦੇਖ ਲੈਣ, ਜੋ ਵੀ ਹੈ ਉਸ ਤੋਂ ਬਿਨਾ ਗੱਲ ਨਹੀਂ ਬਣਨੀ। ਮੈਂ ਕਹਿੰਦਾ ਲੋਕਾਂ ਨੂੰ ਐਮਪਾਵਰ ਕਰੋ। ਤੁਹਾਡੀ ਫਲੋਰ ਇਨਕਮ ਜਿਹੜੀ ਹੈ ਨਾ, ਉਹਦੇ ਦੋ ਹਿੱਸੇ ਮੈਂ ਕਰਦਾ। ਇੱਕ ਤਾਂ ਤੁਸੀਂ ਲੋਕਾਂ ਦਾ ਜਿਹੜਾ ਸੈਲਫ ਇੰਪਲਾਇਮੈਂਟ ਦਾ ਔਰ ਵੇਜ ਇੰਪਲਾਇਮੈਂਟ ਦਾ ਇੱਕ ਫਲੋਰ ਨਿਸ਼ਚਿਤ ਕਰ ਦਿਓ ਕਿ ਇੰਨੇ ਬੰਦੇ ਇਹਨੂੰ ਮਿਲਣੇ ਚਾਹੀਦੇ। ਉਹਦਾ ਇੱਕ ਰਾਈਟ ਟੂ ਇੰਪਲਾਇਮੈਂਟ ਦੇ ਤੌਰ ਤੇ ਡਿਗਨਿਟੀ ਵੀ ਹੋਏਗੀ ਨਾ, ਕਿ ਜੇ ਤੁਸੀਂ ਫ੍ਰੀ ਸ਼ਿਪ ਤੇ ਕਰੋ। ਅੱਜ ਹੀ ਮੈਂ ਜਿਹੜਾ ਸਾਡੇ ਘਰੇ ਲੇਡੀ ਕੰਮ ਕਰਦੀ ਹੈ, ਉਹ ਕਹਿੰਦੀ ਕੱਲ ਮੈਂ ਨਾ ਸਾਰਾ ਦਿਨ ਕਣਕ ਲੈਣ ਵਾਸਤੇ ਖੜੀ ਰਹੀ, ਤੇ ਕਣਕ ਜਿਹੜੀ ਹੈ ਅਸੀਂ ਲਿਆਨੇ ਆ, ਉਹ ਜਾਂ ਤਾਂ ਡੰਗਰਾਂ ਨੂੰ ਪਾਉਂਦੇ ਆ ਤੇ ਜਾਂ ਅਸੀਂ ਫਿਰ ਜਾ ਕੇ ਚੱਕੀ ਤੇ ਦੇ ਦਿੰਦੇ, ਉੱਥੋਂ ਆਟਾ ਲੈ ਆਨੇ। ਤੇ ਮੈਂ ਮਨ ਸੋਚ ਰਿਹਾ ਭਾਵੇਂ ਚੱਕੀ ਵਾਲਾ ਵੀ ਉਹੀ ਪੀ ਕੇ ਦੇ ਦਿੰਦਾ ਹੋਵੇ, ਰੱਬ ਜਾਣੇ। ਮਤਲਬ ਠੀਕ ਹੈ ਨਾ। ਜਿਹੜੀ ਤੁਸੀਂ ਆਰਗੈਨਿਕ ਫਾਰਮਿੰਗ ਦੀ ਗੱਲ ਕੀਤੀ ਹੈ, ਉਹਦੇ ਚ ਲੇਬਰ ਇੰਟੈਂਸਿਵ ਹੈ, ਉਹਨੂੰ ਪ੍ਰਮੋਟ ਕਰਨ ਦੀ ਲੋੜ ਹੈ। ਪਰ ਉਹਦੇ ਵਿੱਚ ਨਾਲ ਤੁਹਾਨੂੰ ਇਹ ਜਿਹੜਾ ਫੂਡ ਸਿਕਿਉਰਿਟੀ ਦਾ ਆਰਗੂਮੈਂਟ ਆ, ਉਹ ਇੱਕ ਦਿੱਤਾ ਜਾਂਦਾ ਹੈ, ਜਿਹੜਾ ਕਿ ਮੈਨੂੰ ਲੱਗਦਾ ਕਿ 3 ਤੋਂ 5 ਸਾਲਾਂ ਚ ਉਹਦਾ ਇੱਕ ਪੀਰੀਅਡ ਹੈ ਜਿਹਦੇ ਵਿੱਚ ਉਹ ਕਵਰ ਹੋ ਜਾਂਦੀ ਹੈ। ਹਾਂ, ਉਹਦੇ ਵਿੱਚ ਅੱਜ ਤੱਕ ਮੈਨੂੰ ਇਹ ਦੱਸਣ ਸਾਇੰਸ ਹੁਣ ਡਿਵੈਲਪ ਕਰ ਗਈ ਹੈ ਆਰਗੈਨਿਕਲੀ ਤੇ ਨੈਚੁਰਲ ਵੇ ਨਾ, ਵੀ ਕੈਨ ਫੀਡ ਆਰ ਪੋਪੂਲੇਸ਼ਨ। ਆਈ ਥਿੰਕ ਦੈਟ ਹੈਜ਼ ਬੀਨ ਐਸਟੈਬਲਿਸ਼ਡ ਇਨ ਲੋਟ ਆਫ ਮੇਰੇ ਇੱਕ ਸਟੂਡੈਂਟ ਨੇ ਪਰਸੋਂ ਹੀ ਥੀਸਿਸ ਫਾਈਨਲ ਕੀਤਾ ਹੈ ਪੰਜਾਬ ਚ, PhD ਦਾ, ਜਿਹੜੀ ਆਰਗੈਨਿਕ ਫਾਰਮਿੰਗ ਤੇ। ਉਹਦੇ ਕੁਝ ਫਸਲਾਂ ਜਿਹੜੇ 3 ਤੋਂ 5 ਸਾਲ ਉਹਨਾਂ ਦਾ ਯੀਲਡ ਲੈਵਲ ਵੀ ਜਿਹੜਾ ਕੰਪਨਸੇਟ ਕਰ ਰਿਹਾ ਹੈਗਾ, ਐਸੀ ਨਹੀਂ ਗੱਲ। ਪਰ ਅੱਜ ਤੱਕ ਅਸੀਂ R&D ਇਹਦੇ ਪਾਸੇ ਨਹੀਂ ਕੀਤੀ। ਅਸੀਂ ਆਰਗੈਨਿਕ ਫਾਰਮਿੰਗ ਸਿਲੇਬਸ ਵਗੈਰਾ ਵੀ ਚੇਂਜ ਕਰਨ ਦੀ ਪਾਲਿਸੀ ਆਈ ਹੈ ਐਗਰੀਕਲਚਰ ਯੂਨੀਵਰਸਿਟੀਜ਼ ਚ, ਉਹ ਵੀ ਐਤਕੀ ਅਨਾਉਂਸ ਹੋਇਆ ਹੈ। ਅੱਛੀ ਗੱਲ ਆ। ਜੇ ਮੈਂ ਕਹਿੰਦਾ ਕਿ R&D ਤੇ ਓਰੀਐਂਟੇਸ਼ਨ ਆਰਗੈਨਿਕ ਫਾਰਮਿੰਗ ਵੱਲ ਹੋਵੇ, ਇਹਦੇ ਨਾਲ ਬਚਤ ਹੋਏਗੀ ਕਿ ਤੁਹਾਡਾ ਜਿਹੜਾ ਹੈਲਥ ਐਕਸਪੈਂਡੀਚਰ ਬਰਡਨ ਹੈ ਬਹੁਤ ਘਟੇਗਾ, ਤੇ ਉਹ ਬਹੁਤ ਘਟੇਗਾ। ਉਹਨੂੰ ਤੁਸੀਂ ਇਸੇ ਪੁਆਇੰਟ ਤੇ ਆ ਰਿਹਾ ਸੀ, ਐਗਰੀਕਲਚਰ ਤੇ ਹੈਲਥ ਨੂੰ ਰਿਲੇਟ ਕਰਨਾ ਚਾਹ ਰਿਹਾ ਸੀ। ਹਾਲਾਂਕਿ ਹੈਲਥ ਦੇ ਵਿੱਚ ਵੀ ਬਹੁਤ ਜ਼ਿਆਦਾ ਗਰੋਥ ਇਹਨਾਂ ਨੇ ਬਜਟ ਵਧਾਇਆ ਨਹੀਂ ਆ। ਨਹੀਂ ਪਰ ਜੇ ਐਗਰੀਕਲਚਰ, ਹੁਣ ਮੈਂ ਇੱਕ ਇਸ ਚੀਜ਼ ਦੇ ਉੱਤੇ ਮੈਂ ਜਿਹੜੇ ਸਾਡੇ ਐਗਰੀਕਲਚਰਿਸਟ ਨੇ, ਸਾਇੰਟਿਸਟ ਨੇ, ਈਵਨ ਵਿਦ ਦੀ ਫਾਰਮਰਸ, ਅੱਜ ਦੀ ਡੇਟ 'ਚ ਤੁਸੀਂ ਜੇ ਵੇਖੋ ਸਾਡੇ ਬੱਚੇ ਕਿੰਨੀਆਂ ਐਲਰਜੀਜ਼, ਕਿੰਨੀਆਂ ਇਨਫੈਕਸ਼ਨਸ ਤੋਂ ਪ੍ਰੋਨ ਰਹਿੰਦੇ ਨੇ। ਉਹਦਾ ਮੇਜਰ ਰੀਜ਼ਨ ਹੈ ਕਿ ਜਿਹੜਾ ਆਪਾਂ ਫਰਟੀਲਾਈਜ਼ਰ, ਯੂਰੀਆ ਤੇ ਹੋਰ ਕਈ ਕੈਮੀਕਲਸ ਜਿਹੜੇ ਆਪਾਂ ਯੂਜ਼ ਕਰਦੇ ਪਏ ਆ, ਜੋ ਕੁਝ ਸਰਟਨ ਫਸਲਾਂ ਲਈ ਜਿਹੜੀਆਂ ਸਾਡੀਆਂ ਸਟੈਪਲ ਡਾਈਟਸ ਨੇ, ਇਟ ਇਜ਼ ਵੈਰੀ ਡੇਂਜਰਸ ਫॉर ਦੀ ਇੰਟਾਇਰ ਫਿਊਚਰ ਆਫ ਦੀ ਕੰਟਰੀ। ਆਪਾਂ ਜੇ ਇਸ ਹੈਲਥ ਤੇ ਐਗਰੀਕਲਚਰ ਦਾ ਵੀ ਇੱਕ ਸਟਰੋਂਗ ਰਿਲੇਸ਼ਨ ਹੈ। ਮੈਨੂੰ ਲੱਗਦਾ ਕਿ ਇਹ ਚੀਜ਼ ਮੈਨੂੰ ਹਾਰਟਨਿੰਗ ਲੱਗੀ ਕਿ ਆਪਾਂ ਆਰਗੈਨਿਕ ਖੇਤੀ ਵੱਲ ਜਾ ਰਹੇ ਹਾਂ। ਬਿਕਾਜ਼ ਇਹ ਜਿਹੜੀ ਚੀਜ਼ ਹੈ ਪਰਸਨਲੀ ਮੈਨੂੰ ਬਹੁਤ ਵਰੀ ਕਰਦੀ ਹੈ ਜਦੋਂ ਮੈਂ ਬੱਚਿਆਂ ਦੀ ਹੈਲਥ ਦੇਖਦਾ ਤੇ ਜਿਸ ਤਰ੍ਹਾਂ ਦਾ ਖਾਣਾ ਅਸੀਂ ਖਾ ਰਹੇ ਹਾਂ। ਇਹ ਜਿਹੜੇ ਤੁਸੀਂ ਗੱਲ ਕਹਿ ਰਹੇ ਕਿ ਆਰਗੈਨਿਕ ਫਾਰਮਿੰਗ ਦਾ ਕਨਸੈਪਟ ਅੱਜ ਨਵਾਂ ਨਹੀਂ ਹੈਗਾ। ਨਹੀਂ, ਕਨਸੈਪਟ ਤਾਂ ਸਰ ਪਹਿਲਾਂ ਐਫਓ ਹੀ ਸੀ, ਬਾਅਦ ਚ ਆਪਾਂ ਇਹਨੂੰ ਆਰਗੈਨਿਕ ਆਏ ਆ। ਅੱਜ ਤੋਂ 3000 ਸਾਲ ਪਹਿਲਾਂ ਤੇ ਸਭ ਕੁਝ ਹੀ ਆਰਗੈਨਿਕ ਸੀ। ਹਾਂ, ਸਭ ਕੁਝ। ਈਵਨ ਪੰਜਾਬ ਦੇ ਵਿੱਚ ਲੈਵਲ ਤੱਕ ਆਰਗੈਨਿਕ ਫਾਰਮਿੰਗ ਹੁਣ ਲੈ ਕੇ ਜਾ ਸਕਦੇ ਆ, ਤੇ ਇਟ ਸ਼ੁੱਡ ਬੀ ਮੈਂਡੇਟਡ ਕਿ ਆਪਾਂ ਹੁਣ ਆਪਣੇ ਬੱਚਿਆਂ ਨੂੰ ਜਿਹੜਾ ਯੂਰੀਆ, ਫਰਟੀਲਾਈਜ਼ਰ ਹੈ, ਕੈਮੀਕਲਸ ਨਹੀਂ ਖਵਾਣੇ। ਇਹ ਸਾਨੂੰ ਹੁਣ ਇੱਕ ਡਿਸੀਜਨ ਲੈਣ ਦੀ ਲੋੜ ਹੈ। ਦੇਖੋ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ, ਬਹੁਤ ਇੰਪੋਰਟੈਂਟ ਗੱਲ ਹੈ ਕਿ ਸਾਰਾ ਹੀ ਹੈਲਥ, ਮੈਂ ਤਾਂ ਕਹਿੰਦਾ 80% ਤੁਹਾਡੀ ਹੈਲਥ ਜਿਹੜੀ ਹੈ ਉਹ ਐਗਰੀਕਲਚਰ ਤੇ ਡਿਪੈਂਡ ਕਰਦੀ ਹੈ। ਬਿਲਕੁਲ। ਉਹਦੇ ਵਿੱਚ ਪਾਣੀ ਵੀ ਆ, ਉਹਦੇ ਵਿੱਚ ਅਨਾਜ ਵੀ ਆ, ਉਹਦੇ ਵਿੱਚ ਦੁੱਧ ਵੀ ਆ, ਫਲ ਵੀ ਆ, ਉਹਦੇ ਚ ਸਬਜ਼ੀਆਂ ਵੀ ਆ। ਤੁਹਾਡਾ ਜਿਹੜਾ ਅਸੀਂ ਇੰਨਾ ਪੈਸਟੀਸਾਈਡ, ਫਰਟੀਲਾਈਜ਼ਰ, ਜ਼ਹਿਰਾਂ ਯੂਜ਼ ਕਰਦੇ ਆ ਕਿ ਸਾਡਾ ਐਂਟੀਬਾਇਓਟਿਕ ਤਾਂ ਹੀ ਖਾਣੀਆਂ ਪੈਂਦੀਆਂ ਨਾ ਤੁਹਾਨੂੰ। ਬਿਲਕੁਲ। ਐਗਰੀਕਲਚਰ ਚ ਵੀ ਯੂਜ਼ ਹੁੰਦੀ ਸਰ, ਜਿਹੜੇ ਸਾਡੇ ਮਤਲਬ ਪੋਲਟਰੀ ਫਾਰਮਸ ਵਗੈਰਾ, ਹੋਰ ਅਲੱਗ ਇੰਡਸਟਰੀ ਬਹੁਤ ਹੋ ਰਹੀ ਹੈ ਐਗ ਇੰਡਸਟਰੀ। ਈਵਨ ਮੱਝਾਂ ਨੂੰ ਟੀਕੇ ਲਾ ਕੇ ਤੁਹਾਨੂੰ ਦੁੱਧ ਵਧਾਇਆ ਜਾਂਦਾ। ਹਾਊ ਡੇਂਜਰਸ ਇਟ ਇਜ਼। ਹਾਂ, ਸੋ ਮੈਂ ਇਹ ਕਹਿਣਾ ਕਿ ਇਹ ਸਾਰਾ ਫੂਡ ਚੇਨ ਚ ਐਂਟਰ ਕਰ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸਟੇਟ ਨੂੰ ਚਾਹੀਦਾ, ਹਰ ਐਗਰੀਕਲਚਰ ਯੂਨੀਵਰਸਿਟੀ ਚਾਹੀਦਾ ਕਿ ਇਹਦੀ ਇੱਕ ਸਟੱਡੀ ਕਰਾਏ ਕਿ ਇਸ ਐਗਰੀਕਲਚਰ ਦਾ ਹੈਲਥ ਬਰਡਨ ਕਿੰਨਾ ਹੈ, ਇਨਵਾਇਰਨਮੈਂਟਲ ਇਕੋਲੋਜੀਕਲ ਬਰਡਨ ਕਿੰਨਾ ਹੈ, ਤੇ ਜੇ ਅਸੀਂ ਆਰਗੈਨਿਕ ਵੱਲ ਸ਼ਿਫਟ ਕਰਦੇ ਹਾਂ ਤਾਂ ਸਾਡਾ ਪਾਣੀ ਕਿੰਨਾ ਬਚਦਾ ਹੈ, ਸਾਡੀ ਇਕੋਲੋਜੀ ਤੇ ਜਿਹੜੀ ਇਨਵਾਇਰਨਮੈਂਟ ਕਿੰਨਾ ਬਚਦਾ ਹੈ, ਔਰ ਸਾਡਾ ਜਿਹੜਾ ਬਾਕੀ ਹੈਲਥ ਹੈ ਉਸ ਤੇ ਐਕਸਪੈਂਡੀਚਰ ਕਿੰਨਾ ਬਚਦਾ ਹੈ। ਉਹ ਐਕਸਪੈਂਡੀਚਰ ਨੂੰ ਹੈਲਥ ਤੋਂ ਹਟਾ ਕੇ ਟ੍ਰਾਂਸਫਰ ਕਰ ਦਿਓ ਇੱਧਰ, ਲੋਕ ਸਿਹਤਮੰਦ ਵੀ ਰਹਿਣਗੇ ਤੇ ਆਰਗੈਨਿਕ ਫਾਰਮਿੰਗ ਵੀ ਤੁਹਾਡੀ ਜਿਹੜੀ ਹੈ ਉਹ ਹੋ ਜਾਏਗੀ। ਇੱਥੇ ਮੈਂ ਇੱਕ ਗੱਲ ਜਿਹੜੀ ਭੁੱਲ ਗਏ, ਪਹਿਲਾਂ ਆਪਣੀ ਡਿਸਕਸ਼ਨ ਚ ਨਹੀਂ ਆਈ, ਜਿਹੜਾ ਫਾਰਮਰਸ ਲਈ ਜਿਹੜਾ ਕਹਿੰਦੇ ਨਾ, ਮੈਨੂੰ ਲੱਗਦਾ ਕਿ ਫਾਰਮਰਸ ਦੀ ਇੱਕ ਡਿਮਾਂਡ ਸੀਗੀ ਕਿ ਤੁਸੀਂ ਉਹਨਾਂ ਦਾ ਕਰਜ਼ਾ ਮਾਫ ਕਰੋ। ਇਹ ਬਜਟ ਇਹਦੇ ਬਾਰੇ ਸਾਇਲੈਂਟ ਹੈ ਤੇ ਇਹ ਬਹੁਤ ਵੱਡੀ ਡਿਮਾਂਡ ਸੀ, ਅੱਜ ਵੀ ਉਹਨਾਂ ਦੀ ਡਿਮਾਂਡ ਹੈ। ਤੇ ਕਰਜ਼ਾ ਮਾਫ ਕਰਨ ਵਾਲਾ ਜਿਹੜਾ ਤੁਸੀਂ ਕਰਜ਼ਾ ਮਾਫੀ ਦੀ ਡਿਮਾਂਡ ਜਸਟੀਫਾਈਡ ਹੈ ਤੁਹਾਡੇ ਹਿਸਾਬ ਨਾਲ? ਜਸਟੀਫਾਈਡ ਇਸ ਤਰ੍ਹਾਂ ਹੈ ਕਿ ਤੁਸੀਂ ਬਲੈਂਕ ਚੈੱਕ ਨਾ ਦਿਓ
ਕਿ ਇਹ ਦੇਖੋ ਕਿ ਕਿਹੜੇ ਇਹਦੇ ਨਾਲ ਕਈ ਵਾਰ ਪੀਨੇਲਾਈਜ਼ ਹੋ ਜਾਂਦਾ। ਜਿਹੜਾ ਬੰਦਾ ਰੈਗੂਲਰਲੀ ਰੀਪੇ ਕਰ ਰਿਹਾ ਪੀਨੇਲਾਈਜ਼ ਹੋਏਗਾ, ਉਹ ਕਹੇਗਾ ਕਿ ਮੈਂ ਭਾਈ ਮੂਰਖ ਨਿਕਲਿਆ, ਮੈਂ ਵਾਪਸ ਕਰ ਰਿਹਾ। ਮੈਂ ਕਹਿੰਦਾ ਕਿ NPA ਜਿਹੜਾ ਹੈ ਉਹ ਐਗਰੀਕਲਚਰ 'ਚ ਬਹੁਤ ਘੱਟ ਹੈ, ਤੁਹਾਡਾ ਇੰਡਸਟਰੀ ਬਿਜ਼ਨਸ 'ਚ ਬਹੁਤ ਜ਼ਿਆਦਾ ਹੈ। ਤੇ ਜੇ ਅਸੀਂ 20% ਲੈ ਕੇ ਵਨ ਟਾਈਮ ਸੈਟਲਮੈਂਟ NPA ਦੀ ਕਰ ਸਕਦੇ ਹਾਂ, ਬੈਡ ਲੋਨ ਦੀ ਕਰ ਸਕਦੇ ਹਾਂ, ਤੇ ਇੱਥੇ ਵੀ ਕੁਝ ਹੋ ਸਕਦਾ ਹੈ। ਇਹਨਾਂ ਨੂੰ ਔਨ ਬੋਰਡ ਲਿਆ ਕੇ ਇਹ ਕੁਝ ਹੋ ਸਕਦਾ, ਐਸੀ ਨਹੀਂ ਗੱਲ। ਔਰ ਕੁਝ ਲੋਕ ਰੀਅਲੀ ਡਿਸਟ੍ਰੈਸ ਹੋਣਗੇ ਐਗਰੀਕਲਚਰ 'ਚ ਵੀ, ਜਿਨ੍ਹਾਂ ਦਾ ਕਰਜ਼ਾ ਮੁਆਫ ਕਰਨ ਦੀ ਲੋੜ ਹੈ। ਪਰ ਨਾਲ ਮੇਰੀ ਹਮੇਸ਼ਾ ਇੱਕ ਪੋਜੀਸ਼ਨ ਰਹੀ ਹੈ, ਮੈਂ ਪੰਜਾਬ ਦੇ ਕੰਟੈਕਸਟ ਵਿੱਚ ਵੀ ਮੈਂ ਇਹੀ ਕਹਿੰਦਾ ਕਿ ਉਹ ਵੀ ਕੁਝ ਕਰੋ ਜਿਸ ਨਾਲ ਦੁਬਾਰਾ ਕਰਜ਼ਾ ਨਾ ਚੜੇ ਜਾਂ ਇਸ ਤਰ੍ਹਾਂ ਦਾ ਡਿਸਟ੍ਰੈਸ ਹਾਲਾਤ ਨਾ ਪੈਦਾ ਹੋਣ। ਉਹਦੇ ਵਾਸਤੇ ਫਲੋਰ ਇਨਕਮ ਜਿਹੜੀ ਹੈ ਬਹੁਤ ਜ਼ਰੂਰੀ ਹੈ। ਈਵਨ ਤੁਹਾਡੇ MSP ਨਹੀਂ ਮਿਲ ਰਹੀ, ਤੁਹਾਡੇ 23 ਫਸਲਾਂ, ਇੱਕ ਡਾਇਵਰਸਿਫਿਕੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਉਹ MSP ਤਾਂ 2 ਫਸਲਾਂ ਤੋਂ 2.5 ਤੋਂ ਬਿਨਾਂ ਮਿਲਦੀ ਨਹੀਂ ਕਿਤੇ, ਤੇ ਤੁਸੀਂ ਬਾਕੀ ਫਸਲਾਂ ਤੇ ਦਿਓ, ਡਾਇਵਰਸਿਫਿਕੇਸ਼ਨ ਹੋ ਜਾਏਗੀ, ਆਪਣੇ ਆਪ ਆਟੋਮੈਟਿਕਲੀ ਹੋ ਜਾਏਗੀ। ਬਿਲਕੁਲ ਉਸ ਤੇ ਜਿਹੜਾ ਤੁਹਾਡਾ ਜਿਹੜਾ ਵੀਡੀਸਾਈਡ ਪੈਸਟੀਸਾਈਡ ਵੀ ਬਹੁਤ ਸਾਰਾ ਘੱਟ ਪੈਂਦਾ ਇਹਨਾਂ ਨਾਲੋਂ। ਸੋ ਮੈਨੂੰ ਲੱਗਦਾ ਇਸ ਕਿਸ ਪਾਸੇ ਤੁਰਨ ਦੀ ਲੋੜ ਹੈ, ਇਸ ਵੇਲੇ ਕੰਟਰੀ ਨੂੰ ਲੋੜ ਹੈ, ਤੇ ਇਹ ਸਰਕਾਰ ਬੜੀ ਕੰਫਰਟੇਬਲ ਮੈਜੋਰਿਟੀ 'ਚ ਆ, ਇਹਨਾਂ ਨੂੰ ਇਸ ਪਾਸੇ ਤੁਰਨਾ ਵੀ ਚਾਹੀਦਾ ਹੈ ਤਾਂ ਕਿ ਕੰਟਰੀ এনवायरमेंटल ਤੇ ਜਿਹੜਾ ਇਕੋਲੋਜੀਕਲ ਔਰ ਹੈਲਥ ਡਿਸਟ੍ਰੈਸ ਜਿਹੜਾ ਉਸ ਤੋਂ ਬਚ ਸਕੇ। ਅਦਰਵਾਈਜ਼ ਬੜੀ ਕੈਟਾਸਟ੍ਰੋਫਿਕ ਇੱਕ ਆਈਡੀਆ ਤੁਹਾਡੇ ਤੇ ਥਰੋ ਕਰਦਾ, ਮੇਰੇ ਦਿਮਾਗ 'ਚ ਵੀ ਹੁਣੀ ਆਇਆ ਕਿ ਜਿਵੇਂ ਆਪਾਂ ਪ੍ਰੋਡਕਸ਼ਨ ਲੈਡ ਇਨਸੈਂਟਿਵ ਸਕੀਮ ਰੱਖੀ ਆ ਐਕਸਪੋਰਟ ਸਬਸਟੀਟਿਊਸ਼ਨ ਲਈ, ਇਹ ਐਗਰੀਕਲਚਰ 'ਚ ਕਿਉਂ ਨਹੀਂ ਹੋ ਸਕਦੀ ਕਿ ਜਿਹੜਾ ਆਰਗੈਨਿਕ ਖੇਤੀ ਕਰੇਗਾ, ਹੈਲਦੀ ਖੇਤੀ ਕਰੇਗਾ, ਉਹਨਾਂ ਲਈ ਇਨਸੈਂਟਿਵ ਰੱਖੋ। ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ? ਪਰ ਮੈਂ ਕਹਿੰਦਾ ਕਿ ਤੁਹਾਡਾ ਜਿਹੜਾ ਇਥੋਸ ਹੈ ਸਾਰਾ, ਤੁਸੀਂ ਆਪਣੀ PAU ਲੈ ਲਓ, ਤੁਸੀਂ ਪੰਤਨਗਰ ਯੂਨੀਵਰਸਿਟੀ ਲੈ ਲਓ, ਕੋਈ ਤੁਸੀਂ ਹੋਰ ਲੈ ਲਓ, ਕਿਹੜੀ ਯੂਨੀਵਰਸਿਟੀ ਹੈ ਜਿਹੜੀ R&D ਕਰ ਰਹੀ ਹੈ ਆਰਗੈਨਿਕ ਫਾਰਮਿੰਗ 'ਚ? ਦੱਸੋ ਮੈਨੂੰ। ਚਲੋ ਸਰ, ਹੁਣ ਨਵੀਂ ਪਾਲਿਸੀ ਆਈ ਹੈ, ਸਿਲੇਬਸ ਚੇਂਜ ਕਰਨ ਨੂੰ ਕਿਹਾ ਗਿਆ ਹੈ, ਤੇ ਹੋਪਫੁਲੀ ਥਿੰਗਸ ਵਿਲ ਚੇਂਜ। ਦੇ ਕੱਲੇ ਸਿਲੇਬਸ ਚੇਂਜ ਕਰਨ ਨਾਲ ਨਹੀਂ, ਤੁਹਾਡੀ ਜਿਹੜੀ ਗੱਲ 'ਚ ਉਹ ਵਜਨ ਹੈ ਕਿ ਤੁਸੀਂ ਜੇ ਦੇਖੋ ਸਬਸਿਡੀ ਆਪਾਂ 2-3 ਥਾਵਾਂ ਤੇ ਦਿੰਦੇ ਆ। ਇੱਕ ਤਾਂ ਨਵੀਂ ਟੈਕਨੋਲੋਜੀ, ਨਵੀਂ ਇਨੋਵੇਸ਼ਨ ਨੂੰ ਕਾਮਯਾਬ ਕਰਨ ਲਈ। ਇੱਕ ਦਿਨ ਹੈ ਕਿ ਬਹੁਤ ਡਿਸਟ੍ਰੈਸ ਹੈ ਜਿਹੜਾ ਇਮੀਡੀਏਟ ਕੋਈ ਪ੍ਰੋਬਲਮ ਹੱਲ ਕਰਨੀ ਹੈ, ਜਿਵੇਂ ਕੋਵਿਡ ਵਿੱਚ ਵੀ ਹੋਇਆ, ਜਾਂ ਹੋਰ ਵੀ ਅਜੇ ਵੀ ਸਾਡੀ ਜਿਹੜੀ ਬਿਲੋ ਪਾਵਰਟੀ ਲਾਈਨ ਪੀਪਲ ਹੈ, ਉਹਨਾਂ ਨੂੰ ਲੋੜ ਹੈ। ਫੂਡ ਸਿਕਿਉਰਿਟੀ ਐਕਟ ਤਾਂ ਹੀ ਆਇਆ, ਤਾਂ ਹੀ ਆਇਆ, ਮਨਰੇਗਾ ਵੀ ਤਾਂ ਹੀ ਆਇਆ ਸੀ। ਸੋ ਇਸ ਕਰਕੇ ਮੈਂ ਕਹਿੰਦਾ ਕਿ ਉਹ ਵੀ ਕਰਨ ਦੀ ਲੋੜ ਹੈ, ਪਰ ਨਾਲ ਨਾਲ ਮੀਡੀਅਮ ਲੌਂਗ ਟਰਮ 'ਚ ਇਹ ਵੀ ਸੋਚਣ ਦੀ ਲੋੜ ਹੈ ਕਿ ਉਹਨਾਂ ਲੋਕਾਂ ਦੀ ਇੰਪਲਾਇਬਿਲਿਟੀ ਕਿਵੇਂ ਵਧਾ ਕੇ ਤਾਂ ਕਿ ਉਹ ਇੱਜ਼ਤ-ਮਾਣ ਦੀ ਜ਼ਿੰਦਗੀ ਵੀ ਜੀਉ ਸਕਣ, ਇਹ ਵੀ ਜ਼ਰੂਰੀ ਹੈ। ਤੇ R&D ਜਿਹੜਾ ਤੇ ਸਰਟੀਫਿਕੇਸ਼ਨ, ਇਹ ਦੇਖੋ ਤੁਹਾਡਾ ਜਿਹੜਾ ਅੱਜ ਦਾ ਗ੍ਰੀਨ ਰੈਵੋਲੂਸ਼ਨ ਹੈ, ਇਹ ਪਾਲਿਸੀ ਇੰਟਰਵੈਂਸ਼ਨ ਨਾਲ ਹੋਇਆ। ਤੇ ਜੇ ਤੁਸੀਂ ਅੱਜ ਫੈਸਲਾ ਕਰ ਲਓ ਕਿ ਆਰਗੈਨਿਕ ਫਾਰਮਿੰਗ ਕਰਨੀ ਹੈ, ਤੇ ਇਟ ਵਿਲ ਟੇਕ 10 to 15 years ਟੂ ਟੇਕ ਆਫ ਕਰਨੀ। ਇਹ ਤੁਹਾਡਾ ਇੰਨੀ ਛੇਤੀ ਲੋਕਾਂ ਨੇ ਉਸ ਨਹੀਂ ਕਰਨਾ ਨਾਲ ਜਿਹੜੀ ਤੁਹਾਡੀ ਲੌਬੀ ਹੋਰ ਰੱਖਣਾ ਚਾਹੂੰਗਾ ਕਿ ਮੈਂ ਜਿਹੜੀ ਤੁਹਾਡੀ ਕਰੰਟ ਐਗਰੀਕਲਚਰ ਇਕਨੋਮੀ 'ਚ ਵੀ ਜਿਹੜੇ ਐਜੂਕੇਟਿਡ ਫਾਰਮਰ ਨੇ, ਦੇ ਗੈਟ ਗੁੱਡ ROI। ਮੈਨੂੰ ਲੱਗਦਾ ਫਾਰਮਰ ਟ੍ਰੇਨਿੰਗ, ਫਾਰਮਰ ਸਪੋਰਟ, ਇਹ ਸਾਰੀਆਂ ਚੀਜ਼ਾਂ ਦੀ ਬਹੁਤ ਲੋੜ ਹੈ ਕਿ ਵੀ ਇਨਸ਼ੋਰ ਟ੍ਰੇਨਿੰਗ, ਰਾਈਟ ਨੌਲੇਜ ਐਂਡ ਗਾਈਡੈਂਸ ਫॉर ਆਰ ਫਾਰਮਰਸ, ਤੇ ਉਹਨਾਂ ਨੂੰ ਇਹ ਚੀਜ਼ਾਂ ਦਾ ROI, ਇਕਨੋਮੀ ਸਪੋਰਟ ਸਾਰੀ ਦਿੱਤੀ ਜਾਵੇ। ਬਿਲਕੁਲ ਦੇਣੀ ਚਾਹੀਦੀ ਹੈ। ਪਰ ਨਾਲ ਦੀ ਨਾਲ ਮੈਂ ਤੁਹਾਨੂੰ ਪੰਜਾਬ ਦੇ ਕੇਸ 'ਚ ਅਸੀਂ 2006-07 'ਚ ਫਿਰ 8-9 'ਚ ਸਟੱਡੀ ਕੀਤਾ ਹੈ ਕਿ ਪੰਜਾਬ ਦੇ ਵਿੱਚ, ਪੰਜਾਬ ਡਿਵੈਲਪ ਸਟੇਟ ਹੈ ਨਾ, 90% ਤੁਹਾਡੇ ਜਿਹੜੇ ਐਗਰੀਕਲਚਰ ਲੇਬਰ ਹਾਊਸ, ਰੂਰਲ ਲੇਬਰ ਹਾਊਸ, ਉਹਨਾਂ ਇੱਕ ਬੰਦਾ ਵੀ ਮੈਟ੍ਰਿਕ ਨਹੀਂ ਹੈਗਾ, ਔਰ 70% ਅਕ੍ਰਾਸ ਦਾ ਬੋਰਡ ਨਹੀਂ ਹੈ। ਤੇ ਤੁਸੀਂ ਟ੍ਰੇਨਿੰਗ ਕਿਹਨੂੰ ਦੇਣੀ ਹੈ? ਤੇ ਜਿਹੜੀ ਐਜੂਕੇਸ਼ਨ ਮਿਲ ਰਹੀ ਉਹਦੀ ਕੁਆਲਿਟੀ ਵੀ ਵੇਖ ਲਓ ਤੁਸੀਂ। ਤੇ ਮੈਂ ਨਹੀਂ ਸਮਝਦਾ ਕਿ ਬਾਕੀ ਦੇ ਕੰਟਰੀ 'ਚ ਰੂਰਲ ਏਰੀਆ 'ਚ ਕੋਈ ਬਹੁਤ ਇੰਪਰੂਵ, ਇਸ ਤੋਂ ਬੈਟਰ ਹੋਊਗਾ। ਠੀਕ ਹੈ। ਸੋ ਇਸ ਕਰਕੇ ਇੱਕ ਲੌਂਗ ਟਰਮ ਇੰਟਰਵੈਂਸ਼ਨ ਦੀ ਤੇ ਸਿੰਸੀਅਰ ਇੰਟਰਵੈਂਸ਼ਨ ਦੀ ਲੋੜ ਹੈ ਤੁਹਾਡੇ। ਮੀਡੀਅਮ ਲੌਂਗ ਟਰਮ ਤੇ ਕੰਸਿਸਟੈਂਟ। ਇਹ ਨਹੀਂ ਹੈ ਕਿ ਇੱਕ ਗਵਰਨਮੈਂਟ ਨੇ ਪਾਲਿਸੀਜ਼, ਹੁਣ ਜਿਵੇਂ ਇਹਨਾਂ ਨੇ 91 ਤੋਂ ਜਿਹੜੀ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਕੰਸਿਸਟੈਂਟਲੀ ਸਾਰੀਆਂ ਗਵਰਨਮੈਂਟਸ ਨੇ ਕੀਤੀ ਹੈ। ਇਹ ਠੀਕ ਹੈ ਕਿ ਇਸ ਗਵਰਨਮੈਂਟ ਨੇ ਉਹਦੀ ਸਪੀਡ ਵਧਾ ਦਿੱਤੀ ਹੈ, ਬਾਕੀ ਪਹਿਲਾਂ ਵੀ ਹੋਈਆਂ ਨੇ, ਕਾਂਗਰਸ ਗਵਰਨਮੈਂਟ ਨੇ ਵੀ ਕੀਤੀ ਹੈ। ਮੈਂ ਕਹਿੰਦਾ ਜੇ ਇਹ ਪਾਲਿਸੀ 'ਚ ਕੰਟੀਨਿਊਟੀ ਬਣਾ ਰਹੇ ਨੇ, ਜੇ ਇਹ ਪਾਲਿਸੀਜ਼ ਕੰਟੀਨਿਊਟੀ ਬਣਾ ਰਹੇ ਨੇ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਨੇ ਕਿ ਭਾਈ ਜਿਹੜਾ ਇਲੈਕਸ਼ਨ ਬੌਂਡ ਆ ਉਹਦਾ ਕੋਈ ਹਿਸਾਬ ਕਿਤਾਬ ਨਾ ਰੱਖਿਆ ਜਾਵੇ, ਨਾ ਦੇਣ ਵਾਲੇ ਦਾ ਜਾਂ ਲੈਣ ਦਾ, ਨਾ ਪੁੱਛਿਆ ਜਾਵੇ ਕਿੱਥੋਂ ਹੈ,
ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਬਲੈਕ ਮਨੀ ਅਸੀਂ ਘਟਾਉਣੀ ਹੈ, ਦੂਜੇ ਪਾਸੇ ਇਹ ਜਿਹੜਾ ਇਲੈਕਸ਼ਨ ਬੌਂਡ ਹੈ ਬਲੈਕ ਮਨੀ ਜਨਰੇਟ ਕਰੂਗਾ, ਕਿਉਂਕਿ ਨਾ ਤਾਂ ਤੁਸੀਂ ਦੇਣ ਵਾਲੇ ਨੂੰ ਪੁੱਛਣਾ, ਨਾ ਲੈਣ ਵਾਲੇ ਨੂੰ ਪੁੱਛਣਾ, ਸੋਰਸ ਨਹੀਂ ਪੁੱਛਣਾ। ਸੋ ਇਸ ਕਰਕੇ ਜਿਹੜਾ ਤੁਸੀਂ ਤੁਹਾਡੀ ਜਿਹੜੀ ਪੋਲੀਟੀਕਲ ਕ੍ਰੈਡੀਬਿਲਿਟੀ ਹੈ ਉਹ ਕੁਐਸਚਨ ਚ ਆ ਜਾਂਦੀ ਹੈ ਡੈਫੀਨਿਟਲੀ। ਉਹ ਕੁਐਸਚਨ ਚ ਆ ਜਾਂਦੀ। ਇਸੇ ਤਰ੍ਹਾਂ ਜਦੋਂ ਇਹ ਐਮਐਲਏ ਐਮਪੀਜ਼ ਦੇ ਭੱਤੇ ਫਿਕਸ ਕਰਨੇ ਆ, ਪੈਨਸ਼ਨਾਂ ਫਿਕਸ ਕਰਨੀਆਂ, ਦੇ ਆਰ ਵਨ, ਠੀਕ ਹੈ ਨਾ। ਇਹਦਾ ਕੋਈ ਕੀ ਲੌਜਿਕ ਹੈ ਕਿ ਉਹ ਐਮਪੀ ਐਮਐਲਏ ਮਿਨਿਸਟਰ ਉਹਨਾਂ ਦੇ ਇਨਕਮ ਦਾ ਟੈਕਸ ਵੀ ਜਿਹੜਾ ਲੋਕ ਇਹ ਕਹਿੰਦੇ ਨੇ ਕਿ ਜੇ ਇਹ ਸੇਵਾ ਤੇ ਫਿਰ ਇਹ ਤਨਖਾਹ ਕਿਉਂ, ਜੇ ਨੌਕਰੀ ਆ ਤਾਂ ਫਿਰ ਕੁਆਲੀਫਿਕੇਸ਼ਨ ਕਿਉਂ ਨਹੀਂ। ਮੈਂ ਕਹਿੰਦਾ ਸਰ ਜੇ ਸਾਡੇ ਮਿਨਿਸਟਰ ਸਿਰਫ ਤਨਖਾਹ ਨਾਲ ਖੁਸ਼ ਹੋ ਜਾਣ ਨਾ ਤੇ ਮੈਂ ਕਹਿੰਦਾ ਤਨਖਾਹ 5-5 ਗੁਣਾ ਵਧਾ ਦਿਓ। ਮੈਂ ਕਹਿੰਦਾ ਵਧਾ ਦਿਓ, ਕੋਈ ਚੱਕਰ ਨਹੀਂ, 5-5 ਗੁਣਾ ਤਨਖਾਹ ਵਧਾ ਦਿਓ। ਬੈਸਟ ਸੀਈਓ ਟਾਈਪ ਵਧੀਆ ਲੋਕੀ ਰੱਖੋ। ਜਿਹੜੀ ਵਧੀਆ ਕਰਪਸ਼ਨ ਹੈ ਨਾ ਸਰ, ਉਹਦਾ ਇੰਪੈਕਟ ਬਹੁਤ ਮੈਨੀਫੋਲਡ ਹੈ, ਉਹ ਬਹੁਤ ਜ਼ਿਆਦਾ ਬਹੁਤ। ਹਾਂ ਨਹੀਂ ਕਰਪਸ਼ਨ ਦਾ ਤੇ ਆਲਮ ਇਹ ਹੈ ਕਿ ਜਦੋਂ 2014 ਦੇ ਵਿੱਚ ਉਸ ਵੇਲੇ ਇਲੈਕਸ਼ਨ ਤੋਂ ਪਹਿਲਾਂ ਇਹ ਆਇਆ ਕਿ ਇੰਨੀ ਸਾਰਾ ਸਵਿਸ ਬੈਂਕ ਭਰਿਆ ਪਿਆ ਬਲੈਕ ਮਨੀ ਨਾਲ, ਤਾਂ ਉਸ ਵੇਲੇ ਦੇ ਐਕਸਪੈਂਡੀਚਰ ਸੈਕਟਰੀ ਗਵਰਨਮੈਂਟ ਆਫ ਇੰਡੀਆ ਦੀ ਸਟੇਟਮੈਂਟ ਮੀਡੀਆ 'ਚ ਮੇਰੇ ਕੋਲ ਕਟਿੰਗ ਪਈ ਹੈ। ਉਹਨਾਂ ਕਿਹਾ ਸੀ ਕਿ ਬਲੈਕ ਮਨੀ, ਬਲੈਕ ਇਨਕਮ, ਬਲੈਕ ਇਕਾਨਮੀ ਇੰਡੀਆ 'ਚ ਜਨਰੇਟ ਹੋ ਰਹੀ ਹੈ, ਬਾਹਰ ਨਹੀਂ ਹੈ ਨਹੀਂ ਜਿੰਨੀ ਇੰਡੀਆ 'ਚ ਜਨਰੇਟ ਹੋ ਰਹੀ ਹੈ। ਔਰ ਜਨਰੇਸ਼ਨ ਅਸੀਂ ਹਰ ਰੋਜ਼ ਕਰ ਰਹੇ ਹਾਂ ਨਾ। ਤੁਸੀਂ ਹਰ ਬੰਦਾ ਟੈਕਸ, ਜਿਹੜਾ ਇਹਨਾਂ ਨੇ ਜਿੰਦਲ ਸਾਹਿਬ ਨੇ ਗੱਲ ਕੀਤੀ ਨਾ ਕਿ ਹੁਣ ਤਾਂ ਡਿਜੀਟਾਈਜੇਸ਼ਨ ਹੋ ਗਈ, ਬੜਾ ਔਖਾ ਹੋ ਗਿਆ। ਮੈਂ ਬਹੁਤ ਲੋਕਾਂ ਨਾਲ ਗੱਲ ਕੀਤੀ ਹੈ, ਮਹਿਕਮੇ 'ਚ ਵੀ ਗੱਲਾਂ ਕੀਤੀਆਂ ਜਿਹੜੇ ਬਹੁਤ ਐਕਸਪਰਟ ਅਫੀਸਰ ਨੇ। ਤੁਸੀਂ ਜਿੰਨਾ ਚਿਰ ਤੱਕ ਸਿਸਟਮਿਕ ਠੀਕ ਨਹੀਂ ਕਰਦੇ, ਜਿੰਨਾ ਚਿਰ ਤੱਕ ਤੁਹਾਡਾ ਸੋਚ ਠੀਕ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਇਹ ਨਹੀਂ ਕਰ ਕੈਸ਼ ਸਕਦੇ। ਟ੍ਰਾਂਜੈਕਸ਼ਨ ਹੋ ਰਹੀ ਹੈ, ਇਟ ਇਜ਼ ਪੋਸੀਬਲ। ਨਾ ਜੀਐਸਟੀ 'ਚ ਬਹੁਤ ਕੁਝ ਹੋ ਰਿਹਾ। ਆਪਾਂ ਕਹਿੰਦੇ ਜੀਐਸਟੀ ਨੇ ਬੜਾ ਉਹ ਕਰ ਦੇਣਾ, ਜੀਐਸਟੀ 'ਚ ਜਿੰਨਾ ਕਪਲਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਕੁਮਨ ਸਾਹਿਬ, ਐਨੀ ਕਲੋਜ਼ਿੰਗ ਕਮੈਂਟਸ? ਵੀ ਆਰ ਸ਼ਾਰਟ ਆਫ ਟਾਈਮ। ਜੇ ਮੈਂ ਤੁਹਾਨੂੰ ਇੱਕ ਪੁੱਛਾ 10 ਚੋਂ ਕਿੰਨੇ ਨੰਬਰ ਦੋਗੇ ਇਸ ਬਜਟ ਨੂੰ? ਦੇਖੋ ਮੈਂ ਬਜਟਸ ਨੂੰ ਨੰਬਰ ਨਹੀਂ ਦਿੰਦਾ ਕਿਉਂਕਿ ਨਾ ਤਾਂ ਸਰ ਵਨ ਕਲੋਜ਼ਿੰਗ ਸਟੇਟਮੈਂਟ, ਕਿਉਂਕਿ ਆਪਣੇ ਕੋਲ ਟਾਈਮ ਵੀ ਆਰ ਆਲਰੇਡੀ ਅਹੈਡ ਆਫ ਦੀ ਸ਼ੈਡਿਊਲ, ਤੇ ਆਪਾਂ ਡਿਬੇਟ ਨੂੰ ਵਿਦ ਵਨ ਕਲੋਜ਼ਿੰਗ ਕਮੈਂਟ ਬਹੁਤ ਚੰਗਾ ਲੱਗੇ, ਔਰ ਵਿਊਜ਼ ਵੁੱਡ ਬੀ ਵੈਰੀ ਹੈਲਪਫੁਲ ਫॉर ਦੀ ਪੀਪਲ ਹੂ ਆਰ ਵਾਚਿੰਗ ਪੰਜਾਬ ਟੁਡੇ। ਤੇ ਇੱਕ ਕਲੋਜ਼ਿੰਗ ਕਮੈਂਟ ਕੀ ਹੈ ਤੁਹਾਡਾ ਇਸ ਬਜਟ ਬਾਰੇ? ਕਲੋਜ਼ਿੰਗ ਕਮੈਂਟ ਇਹ ਹੈ ਕਿ ਜਿਹੜਾ ਬਜਟ ਹੈ ਨਾ, ਇਹਨੂੰ ਮੀਡੀਅਮ ਟਰਮ ਲੌਂਗ ਟਰਮ ਪਾਲਿਸੀ ਦਾ ਹਿੱਸਾ ਬਣਾਓ ਤੇ ਪ੍ਰੋ ਪੀਪਲ, ਨਟ ਕਿ ਪ੍ਰੋਜੈਕਸ਼ਨ ਹੋਵੇ ਕਿ ਉਹਨੂੰ ਪ੍ਰੋਜੈਕਟ ਕਰੋ, ਔਨ ਗਰਾਊਂਡ ਪ੍ਰੋ ਪੀਪਲ ਤੁਹਾਡਾ ਏਜੰਡਾ ਹੋਵੇ। ਤੇ ਜਿਸ ਕਿਸਮ ਦਾ ਇਸ ਵੇਲੇ ਸਾਰਾ ਐਮਫਸਿਸ ਕਾਰਪੋਰੇਟ ਤੇ ਪ੍ਰਾਈਵੇਟ ਰੂਟ ਰਾਹੀਂ ਡਿਵੈਲਪਮੈਂਟ ਕਰਨ ਦਾ, ਉਹ ਹਿੰਦੁਸਤਾਨ ਵਰਗੇ ਕੰਟਰੀ 'ਚ ਅਜੇ ਸੰਭਵ ਨਹੀਂ ਹੈ। ਸੋ ਇਸ ਕਰਕੇ ਤੁਹਾਨੂੰ ਇਹ ਕਲੋਜ਼ਿੰਗ ਕਮੈਂਟ ਮੇਰਾ ਇਹ ਹੈ ਕਿ ਇੱਕ ਤਾਂ ਲੋਕਾਂ ਨੂੰ ਇਹ ਦੇਖੋ ਉਸ ਕਿਸਮ ਦੀਆਂ ਪਾਲਿਸੀਜ਼ ਕਿ ਉਹਨਾਂ ਨੂੰ ਪਾਰਟਨਰ ਡਿਵੈਲਪਮੈਂਟ 'ਚ ਕਿਵੇਂ ਬਣਾਇਆ ਜਾ ਸਕਦਾ ਹੈ। ਦੂਜਾ, ਜਿਹੜਾ ਫਲੋਰ ਇਨਕਮ ਕਿੱਦਾਂ ਦਿੱਤੀ ਜਾ ਸਕਦੀ ਹੈ। ਤੀਜਾ, ਜਿਹੜੀਆਂ ਸਾਡਾ ਸੋਸ਼ਲ ਸੈਕਟਰ ਹੈ ਉਹਨੂੰ ਕਿਸ ਤਰ੍ਹਾਂ ਸਟਰੈਂਥਨ ਕਰਕੇ, ਭਾਵੇਂ ਜੇ ਪ੍ਰਾਈਵੇਟ ਕਰਨਾ ਉਹਨੂੰ ਰੈਗੂਲੇਟ ਕਿਵੇਂ ਕਰਨਾ, ਉਹ ਸਾਰਾ ਕੁਝ ਕਰਨ ਦੀ ਲੋੜ ਹੈ। ਜਿਵੇਂ ਹੁਣ ਪ੍ਰਾਈਵੇਟ ਕਾਲਜਾਂ 'ਚ ਮੈਂ ਆਪ ਸਟੱਡੀ ਕੀਤੀ ਹੈ ਯੂਨਿਟ ਕਾਸਟ ਆਫ ਐਜੂਕੇਸ਼ਨ ਦੀ 2005 ਤੋਂ 7 ਪੰਜਾਬ ਦੇ ਸਾਰੇ, ਤੇ ਹਰ ਕਾਲਜ, ਜਿਹੜਾ ਮੈਡੀਕਲ ਕਾਲਜ ਵੀ ਈਵਨ 3 ਤੋਂ 5 ਸਾਲਾਂ 'ਚ ਆਪਣੀ ਨਾਨ ਰੈਕਰਿੰਗ ਕਾਸਟ ਕੱਢ ਲੈਂਦਾ ਹੈ। ਇੰਜੀਨੀਅਰਿੰਗ ਕਾਲਜ ਵੀ ਕੱਢ ਲੈਂਦਾ। ਉਹ ਤਾਂ ਹੁਣ ਵੱਖਰੀ ਗੱਲ ਕਿ ਤੁਹਾਡੇ ਸਟੂਡੈਂਟ ਨਹੀਂ ਮਿਲ ਰਹੇ, ਅਦਰਵਾਈਜ਼ ਬਹੁਤ ਹੋ ਗਏ ਸਰ। ਹਾਂ, ਸੋ ਇਸ ਕਰਕੇ ਜਿਹੜਾ ਇਹ ਸਿਲਸਿਲਾ ਹੈ ਕਿ ਅਸੀਂ ਜਿਹੜੀ ਅਫੋਰਡੇਬਿਲਿਟੀ ਤੇ ਐਕਸੈਸ ਟੂ ਕੁਆਲਿਟੀ ਐਜੂਕੇਸ਼ਨ ਹੈ, ਉਹ ਪ੍ਰਾਈਵੇਟ ਇਕੱਲਾ ਨਹੀਂ ਕਰ ਸਕਦਾ। ਜਾਂ ਤੁਹਾਨੂੰ ਰੈਗੂਲੇਟ ਕਰਨਾ ਪਏਗਾ ਜਾਂ ਤੁਹਾਨੂੰ ਆਪਣਾ ਇੱਕ ਸਿਸਟਮ ਬਣਾਉਣਾ ਪਏਗਾ ਜਿਹੜਾ ਕਿ ਪਹਿਲਾਂ ਸੀ। ਇੱਦਾਂ ਨਹੀਂ ਡਿਵੈਲਪਮੈਂਟ ਨਹੀਂ ਹੋਣੀ, ਜੁਮਲਿਆਂ ਨਾਲ ਡਿਵੈਲਪਮੈਂਟ ਨਹੀਂ ਹੋਣੀ। ਯੂ ਵਿਲ ਹੈਵ ਟੂ ਸ਼ੋ ਇਟ ਔਨ ਦਾ ਗਰਾਊਂਡ। ਠੀਕ ਹੈ, ਥੈਂਕ ਯੂ ਗੁਮਨ ਸਾਹਿਬ। ਪੰਜਾਬ ਟੁਡੇ ਵੇਖਣ ਵਾਲੇ ਸਾਰੇ ਸਰੋਤਾਵਾਂ ਨੂੰ ਸਾਡਾ ਦਿਸ ਇਜ਼ ਦੀ ਮੈਸੇਜ ਕਿ ਬਈ ਇਹਦੇ ਵਿੱਚੋਂ ਜੋ ਪੋਜ਼ਿਟਿਵ ਨੇ, ਸਾਡੇ ਇਕੋਨੋਮਿਸਟ ਨੇ ਇਹ ਕਿਹਾ ਹੈ ਕਿ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਕੰਟੀਨਿਊਟੀ ਨਾਲ ਹੋਣ, ਸਿਰਫ ਇੱਕ ਵਾਰੀ ਨਾਲ ਹੋਣ। ਨਹੀਂ, ਪੋਜ਼ਿਟਿਵ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਬਹੁਤ ਅੱਛਾ ਹੈ ਜਿਹੜਾ EMPLOYER ਦੀ ਕੰਟਰੀਬਿਊਸ਼ਨ 10 ਤੋਂ 14% ਕੀਤੀ ਹੈ, ਠੀਕ ਹੈ। ਇਨਵੈਸਟਮੈਂਟ ਬਜਟ, ਕੈਪੀਟਲ ਬਜਟ ਵਧਾਇਆ, ਠੀਕ ਹੈ। ਪਰ ਉਹਦਾ ਜਿਹੜਾ ਉਹ ਖਰਚਾ ਕਿੱਥੇ ਕਰਨਾ ਤੇ ਉਹਦਾ ਬੈਨੀਫਿਟ ਕਿੰਨਾ ਲੋਕਾਂ ਨੂੰ ਹੋਣਾ, ਇਹ ਇੱਕ ਕੁਐਸਚਨ ਮਾਰਕ ਹੈ। ਬਿਲਕੁਲ, ਵੇਖਦੇ ਰਹੋ ਪੰਜਾਬ ਟੁਡੇ। ਥੈਂਕਸ ਫॉर ਵਾਚਿੰਗ ਦਿਸ ਸਪੈਸ਼ਲ ਸ਼ੋ ਜਿਹੜਾ ਅਸੀਂ ਅੱਜ ਦੇ ਬਜਟ ਤੇ ਕੀਤਾ। ਥੈਂਕ ਯੂ ਐਵਰੀਵਨ।